ਆਵਾਜ਼ੇ ਪੰਜਾਬ ਨਾਲ ਤੁਸੀਂ ਜੁੜ ਚੁੱਕੇ ਹੋ। ਮੈਂ ਹਾਂ ਸੁਖਵਿੰਦਰ ਸਿੰਘ ਸੁਖ। ਅਸੀਂ ਮੋਗਾ ਫਿਰੋਜ਼ਪੁਰ ਰੋਡ ਤੇ ਮੌਜੂਦ ਹਾਂ। ਥਾਣਾ ਘੱਲਖੁਰ ਦੇ ਬਾਹਰ ਤਸਵੀਰਾਂ ਪਹਿਲਾਂ ਦੇਖੋ। ਥਾਣਾ ਘੱਲਖੁਰ ਦੀਆਂ। ਥਾਣੇ ਘੱਲਖੁਰ ਦੀ ਗੱਲ ਕਰੀਏ ਤਾਂ ਤਕਰੀਬਨ ਚਰਚਾਵਾਂ ਦੇ ਵਿੱਚ ਰਹਿੰਦਾ ਹੈ। ਫਿਰੋਜ਼ਪੁਰ ਦੇ ਕਾਫੀ ਸਾਰੇ ਥਾਣੇ ਚਰਚਾਵਾਂ ਦੇ ਵਿੱਚ ਰਹਿੰਦੇ। ਅੱਜ ਦੀ ਚਰਚਾ ਕੀ ਆ, ਕਿਉਂ ਥਾਣਾ ਚਰਚਾ ਦੇ ਵਿੱਚ ਆ, ਕਿਉਂ ਲੋਕ ਰੋਡ ਨੂੰ ਜਾਮ ਕਰਕੇ ਬੈਠੇ ਆ, ਪਹਿਲਾਂ ਲਾਈਨਾਂ ਦਿਖਾਉਣੇ ਆ ਲੋਕ ਕਿਵੇਂ ਖੱਜਲ ਹੋ ਰਹੇ ਆ। 1 ਘੰਟੇ ਤੋਂ ਜਾਮ ਲੱਗਾ ਹੈ, ਲੋਕ ਇੱਥੇ ਦੱਸ ਰਹੇ ਆ, ਪਰ ਹਜੇ ਤੱਕ ਜਾਮ ਨੂੰ ਨਹੀਂ ਖੋਲਿਆ ਗਿਆ, ਕੋਈ ਹੱਲ ਨਹੀਂ ਕੀਤਾ ਗਿਆ। ਪਹਿਲਾਂ ਲੈਣਾ ਦੇਖੋ, ਇਹ ਮੋਗੇ ਵਾਲਾ ਪਾਸਾ ਹੈ, ਕਿੰਨੀਆਂ ਲੰਬੀਆਂ ਲੰਬੀਆਂ ਲੈਣਾ ਜਿਹੜੀਆਂ ਇੱਥੇ ਲੱਗੀਆਂ ਨੇ, ਲੋਕ ਖੱਜਲ ਖਵਾਰ ਹੋ ਰਹੇ ਨੇ ਤੇ ਲੋਕ ਧਰਨਾ ਲਾ ਕੇ ਬੈਠੇ ਨੇ। ਹਾਲਾਂਕਿ ਕਣਕ ਦੇ ਸੀਜ਼ਨ ਦਾ ਟਾਈਮ ਆ, ਪਰ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ। ਇਸ ਪਾਸੇ ਵੀ ਤਸਵੀਰਾਂ ਦੀ ਝਾਤ ਮਾਰ ਲਓ, ਫਿਰ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਆਖਿਰਕਾਰ ਲੋਕ ਕਿਉਂ ਬੈਠੇ ਨੇ ਰੋਡ ਦੇ ਉੱਪਰ, ਕੀ ਮਜਬੂਰੀ ਆ ਇਹਨਾਂ ਦੀ ਰੋਡ ਦੇ ਉੱਪਰ ਬੈਠਣਾ, ਕਿਉਂ ਰੋਡ ਨੂੰ ਬੰਦ ਕੀਤਾ, ਆਖਿਰਕਾਰ ਕਿਉਂ ਥਾਣੇ ਦੇ ਗੇਟ ਤੇ ਆ ਕੇ ਥਾਣੇ ਨੂੰ ਘੇਰ ਕੇ ਬੈਠੇ ਨੇ। ਹਾਲਾਂਕਿ ਦੱਸਿਆ ਗਿਆ ਹੈ ਕਿ 11 ਵਜੇ ਦੇ ਬੈਠੇ ਆ ਥਾਣੇ ਦੇ ਬਾਹਰ, ਪਰ ਰੋਡ ਨੂੰ 1 ਘੰਟੇ ਤੋਂ ਬੰਦ ਕੀਤਾ। ਜਾਣਕਾਰੀ ਲੈਣੇ ਆ। ਹਾਂਜੀ ਬਜ਼ੁਰਗ ਜੀ, ਕੀ ਗੱਲ ਆ, ਕੀ ਗੱਲਬਾਤ ਆ, ਕਿਉਂ ਰੋਡ ਨੂੰ ਬੰਦ ਕਰਕੇ ਬੈਠੇ ਹੋ? ਉਹ ਜੀ ਕਣਕਾਂ ਸੜੀਆਂ, ਪੁਲਿਸ ਵਾਲੇ ਸਾਡੀ ਕੋਈ ਨਹੀਂ ਸੁਣਦੇ, ਕਿਤੇ ਕਹਿੰਦੇ ਆ ਤੁਸੀਂ। ਨਾਮ ਕੀ ਆ ਤੁਹਾਡਾ ਤੇ ਪਿੰਡ ਕਿਹੜਾ? ਭਾਈ ਕਾ ਵਾੜਾ ਪਾਖਰ ਸਿੰਘ। ਕਿੰਨੀ ਕਣਕ ਤੁਹਾਡੀ ਸੜੀ ਆ? 3 ਕਿੱਲੇ। ਅੱਛਾ, ਕਿਵੇਂ ਸੜੀ ਆ ਕਣਕ, ਕੀ ਕਾਰਨ? ਇਹ ਕੱਲਾਂ ਦੀ ਮਸ਼ੀਨ ਸੀਗੀ, ਤੂੜੀ ਵਾਲੀ ਕੱਲਾਂ ਦੀ, ਤੇ ਉਹਨਾਂ ਨੇ ਜਦੋਂ ਅੱਗ ਲੱਗ ਗਈ, ਅੱਗ ਵਾਲ ਤਾਂ ਹੋਏ ਨਹੀਂ, ਤੇ ਟਰੈਕਟਰ ਟਰਾਲੀ ਕੱਢ ਕੇ ਲੈ ਗਏ। ਮੁੜ ਕੇ 2-3 ਪਿੰਡ ਆਏ ਬੁਝਾਉਣ, ਉਦੋਂ ਆਣ ਕੇ ਅਸੀਂ ਬੁਝਾਈ। ਹੁਣ ਉਹ ਕੱਲਾਂ ਦੇ ਬੰਦਿਆਂ ਦੇ ਅਸੀਂ ਤਾਂ ਕੁਛ ਦੇ ਨਹੀਂ ਸਕਦੇ। ਤੇ ਨਾ ਹੋਈ ਹੈ ਕਿ ਤੁਹਾਡੀ ਵੀ ਕਣਕ ਹੈਗੀ ਸੀ ਜੀ? ਹਾਂਜੀ, ਤੁਸੀਂ ਦੱਸੋ। ਜਾਜੋ ਇੱਥੇ, ਆਜੋ ਇੱਥੇ, ਆਜੋ ਇੱਥੇ, ਆਜੋ ਇੱਥੇ ਬੈਠੋ ਥੱਲੇ ਖੜ ਕੇ ਖੜ ਕੇ। ਸਭ ਤੋਂ ਪਹਿਲਾਂ ਤਾਂ ਜੀ ਇਹ ਕੱਲਾਂ ਦੀ ਮਸ਼ੀਨ ਨੇ ਸਾਡੇ ਵਾਹਣ ਨੂੰ ਅੱਗ ਲਾਈ। ਨਾਮ ਤੇ ਪਿੰਡ? ਮੇਰਾ ਨਾਂ ਅਜਮੇਰ ਸਿੰਘ ਸਾਨੂੰ ਸਰਦਾਰ ਗੁਰਜੀਤ ਸਿੰਘ, ਪਿੰਡ ਵਾੜਾ ਭਾਈ। ਪੁਲਿਸ ਪ੍ਰਸ਼ਾਸਨ ਸਾਡੀ ਇੱਕ ਵੀ ਗੱਲ ਨਹੀਂ ਸੁਣ ਲਿਆ। 12-11 ਵਜੇ ਦੇ ਅਸੀਂ ਬੈਠੇ ਆ, ਉਹਨਾਂ ਦੇ ਗੋਂਗਲਾਂ ਤੋਂ ਮਿੱਟੀ ਝਾੜਦੇ ਆ। ਕੱਲਾਂ ਵਾਲੀ ਜੀ ਮਸ਼ੀਨ ਦੱਸੋ ਕਿੱਥੇ ਆ? ਉਧਰ ਆ ਜੀ, ਇੱਧਰ ਆ। ਉਲਟਾ ਸਾਨੂੰ ਆਂਦੇ ਤੁਸੀਂ ਦੱਸੋ ਕਿੱਥੇ ਖੜੀ, ਅਸੀਂ ਫੜ ਲਿਆਉਣੇ ਆ। ਤੇ ਪੁਲਿਸ ਵਾਲੇ ਗਏ ਆ, ਉਹਨੇ ਜੇਬ ਗਰਮ ਕੀਤੀ, ਬਾ ਠੀਕ ਆ ਬੈਠੇ ਆ, ਤੁਸੀਂ ਬੈਠੇ ਰਹੋ ਜੀ, ਕੋਈ ਸਾਡੀ ਗੱਲ ਨਹੀਂ ਸੁਣਦਾ। ਕਿੰਨੇ ਵਜੇ ਦੇ ਇੱਥੇ ਥਾਣੇ ਦੇ ਬਾਹਰ ਬੈਠੇ ਹੋ? ਅਸੀਂ ਜੀ 11 ਵਜੇ ਦੇ ਬੈਠੇ ਆ। 2 ਕੱਲਾਂ ਦੇ ਸਾਬਕਾ ਸਰਪੰਚ ਉਲਟਾ ਸਾਨੂੰ ਥਾਣੇ 'ਚ ਧੱਕੇ ਮਾਰੇ ਗਏ ਆ। ਤੁਸੀਂ ਕੌਣ ਆ ਸਾਨੂੰ ਇਹ ਕਰਨ ਵਾਲੇ? ਉਲਟਾ ਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਮਦਦ ਕਰ ਰਿਹਾ। ਸਾਨੂੰ ਕਹਿੰਦੇ ਤੁਸੀਂ ਕਰ ਲਓ ਕੀ, ਤੁਸੀਂ ਬੰਦੇ ਲੱਭ ਕੇ ਲਿਆਓ, ਤੁਸੀਂ ਮਸ਼ੀਨ ਲਿਆਓ ਫੜ ਕੇ। ਮੌਕੇ ਤੇ ਇੱਥੇ ਮਸ਼ੀਨ, ਟਰੈਕਟਰ, ਟਰਾਲੀਆਂ ਸਭ ਕੁਝ ਆਉਣਾ ਚਾਹੀਦਾ, ਬੰਦੇ ਹਾਜ਼ਰ ਹੋਣੇ ਚਾਹੀਦੇ, ਨਹੀਂ ਰੋਡ ਜਾਮ ਹੀ ਰਹੂਗਾ। ਅੱਛਾ, ਰੋਡ ਨੂੰ ਜਾਮ ਕੀਤੇ ਨੂੰ ਕਿੰਨਾ ਕੁ ਟਾਈਮ ਹੋ ਗਿਆ? ਘੰਟਾ ਹੋ ਗਿਆ ਜੀ, 1 ਘੰਟਾ। ਸਵੇਰ ਦੇ 10-11 ਵਜੇ ਦੇ ਬੈਠੇ ਆ, ਪੁਲਿਸ ਵਾਲੇ ਲਾਰੇ ਲਾਈ ਜਾਂਦੇ, ਲਿਆਉਣੇ ਆ ਜੀ, ਕਰਦੇ ਆ ਜੀ, ਆਉਣੇ ਆ ਜੀ, ਜਾਣੇ ਆ, ਬਸ ਆ ਕੋਈ ਲਿਖੀ ਆ ਕੰਪਲੇਂਟ ਵਗੈਰਾ ਲਿਖੀ ਤੁਹਾਡੀ? ਨਹੀਂ ਜੀ, ਕੁਛ ਵੀ ਨਹੀਂ। ਬੈਠੇ ਹੋ ਤਾਂ ਬੈਠੇ ਆ ਜੀ, ਬਾਹਰ ਬੈਠੇ ਆ। ਕਿੰਨੀ ਕਣਕ ਸੜੀ ਆ? ਕਣਕ ਜੀ 22-23 ਕਿੱਲੇ ਸੜ ਗਏ ਆ ਟੋਟਲ ਤੁਹਾਡੇ ਸਾਰੇ ਪਰਿਵਾਰਾਂ ਦੇ? ਹਾਂ, 10 ਕੱਲੇ ਵਾਹਣ ਦਾ ਦੱਸ ਦਿੰਦੇ ਜੀ, ਕਿਹਦੇ ਕਿੰਨੇ ਸੜੇ, ਕਿਹਦੇ ਕਿੰਨੇ ਸੜਿਆ। ਸਾਰੇ ਪਾਖਰ ਸਿੰਘ ਦਾ ਠੇਕੇ ਵਾਲਾ ਵਾਹਣ ਸੜਿਆ ਜੀ, 3 ਕਿੱਲੇ ਵਾਹਣ ਇਹਦਾ ਸੜਿਆ। ਆਹ ਮੁੰਡਾ 6 ਕਿੱਲੇ ਵਾਹਣ ਇਹਦਾ ਸੜਿਆ ਜੀ, ਇਹਨੇ ਵੀ ਠੇਕੇ ਤੇ ਲਿਆ। ਦੂਜਾ ਮੁੰਡਾ ਕਿੱਧਰ ਗਿਆ? ਕਾ ਖੜਾ, ਆਹ ਮੁੰਡਾ ਖੜਾ, ਇਹਦਾ ਵੀ 5 ਕਿੱਲੇ 6 ਕਿੱਲੇ ਵਾਹਣ ਠੇਕੇ ਤੇ ਲਿਆ, ਇਹਦਾ ਵੀ ਸੜਿਆ। ਉਲਟਾ ਸਮਾਂ ਦੀ ਉਹ ਗੱਲ ਪੈਂਦੇ ਆ ਕੇ ਕੀ ਕਰ ਲੋਗੇ ਸਾਡਾ। ਉਹ ਜਿਹੜੇ ਸਾਬਕਾ ਸਰਪੰਚ ਆ 2 ਆਏ, ਉਹ ਕਹਿੰਦੇ ਤੁਸੀਂ ਕਹਿ ਦਿਓ ਟਾਵਰ ਤੋਂ ਲੱਗ ਗਈ। ਕਿਉਂ ਟਾਵਰ ਤੋਂ ਕਿਉਂ ਲੱਗ ਗਈ? ਲਾਈ ਮਸ਼ੀਨ ਵਾਲੇ ਨੇ, ਅਸੀਂ ਟਾਵਰ ਤੋਂ ਕਿਉਂ ਕਹਿ ਦਈਏ? ਤੁਸੀਂ ਦੇਖਿਆ ਸੀ ਮਸ਼ੀਨ ਤੋਂ ਜਦੋਂ ਅੱਗ ਲੱਗੀ? ਹਾਂ ਹਾਜ਼ਰ ਸੀ। ਉਹ ਮਸ਼ੀਨ ਵਾਲਾ ਕਿੱਥੋਂ ਦਾ ਹੈਗਾ, ਉਹਦੀ ਕੋਈ ਡਿਟੇਲ ਹੈਗੀ ਤੁਹਾਡੇ? ਆ ਗੱਲਾਂ ਦਾ ਨਾ ਥੇ ਵੀ ਸਭ ਕੁਝ ਪਤਾ, ਸਾਰਾ ਕੁਝ ਪਤਾ। ਅੱਛਾ, ਪੁਲਿਸ ਨੂੰ ਦੱਸਿਆ ਤੇ ਫਿਰ ਵੀ ਪੁਲਿਸ ਨਹੀਂ ਫੜੀ? ਪੁਲਿਸ ਕਰਦੀ ਨਹੀਂ, ਕੋਈ ਕਾਰਵਾਈ ਨਹੀਂ ਕਰਦੀ। ਸਵੇਰ ਦੇ ਬੈਠੇ ਆ। ਇਹ ਮਸ਼ੀਨ ਅਮਨੇ ਦੀ ਸੀ। ਉਹਨੇ ਜਦੋਂ ਟਰੈਕਟਰ ਦਾ ਟਰਾਲੀ ਸੰਭਾਲ ਲਈ, ਤੇ ਜਦੋਂ ਉਦੋਂ ਨੂੰ ਅੱਗ ਫੈਲ ਗਈ, ਅੱਗ ਨਹੀਂ ਹੋਏ, ਟਰੈਕਟਰ ਟਰਾਲੀ ਕੱਢ ਲਈ। ਤੁਹਾਡਾ ਕੀ ਨਾਮ ਆ ਪਿੰਡ? ਮੇਰਾ ਨਾਮ ਹਰਜਿੰਦਰ ਸਿੰਘ। ਮੈਂ 6 ਕਿੱਲੇ ਪਹਿਲੀ ਠੇਕੇ ਤੇ ਲਈ ਸੀ। ਉਧਰੋਂ ਟਰੈਕਟਰ ਟਰਾਲੀ ਇਹਨੇ ਤੂੜੀ ਬਣਾਉਣ ਆਇਆ ਮੁੰਡਾ ਅਮਨਾ ਸਿੰਘ, ਤੇ ਉਹਨੇ ਤੂੜੀ ਹੈ ਥੋੜੀ ਬਣਾਈ ਤੇ ਅੱਗ ਪੈ ਗਈ। ਉਦੋਂ ਹੀ ਉੱਠ ਗਿਆ ਆਪਦਾ ਘਰੇ ਟਰੈਕਟਰ ਲੈ ਕੇ, ਸਾਡੀ ਕਣਕ ਦਾ ਧਿਆਨ ਨਹੀਂ ਉਹਨੇ ਕੀਤਾ। ਉਦੋਂ ਨੂੰ ਅੱਗ ਬੇਸਾਬੀ ਫੈਲ ਗਈ ਆ। ਜਦੋਂ ਨੂੰ ਸਾਡੇ ਪਿੰਡੋਂ ਕੋਈ ਲੋਕ ਆਏ ਆ ਤੇ ਸਾਥੋਂ ਕੰਟਰੋਲ ਨਹੀਂ ਹੋਈ ਛੇਤੀ। ਹਾਂ, 5 ਕਿੱਲੇ ਵਾਹਣ ਠੇਕੇ ਤੇ। ਨਾਮ ਦੱਸੋ ਤੇ ਅਮਰਿੰਦਰ ਸਿੰਘ ਸਾਨੂੰ ਬਲਜੀਤ ਸਿੰਘ ਵਾੜਾ ਭਾਈ ਕਾ। 5 ਕਿੱਲੇ ਵਾਹਣ ਸਾਡਾ ਠੇਕੇ ਤੇ ਸੀਗਾ, ਤੇ ਤੂੜੀ ਦੀ ਮਸ਼ੀਨ ਸੀ ਕੱਲਾਂ ਦੀ, ਤੇ ਇਹਨਾਂ ਨੇ ਜਾ ਕੇ ਮਸ਼ੀਨ ਚਲਾਈ ਤੇ ਮਸ਼ੀਨ ਤੋਂ ਲੱਗ ਗਈ ਅੱਗ। ਤੇ ਇਹਨਾਂ ਨੇ ਬੁਝਾਉਣ ਦੇ ਬਾਰੇ ਆਪਦੀ ਤੇ ਮਸ਼ੀਨ ਭਜਾ ਕੇ ਘਰੋਂ ਲੈ ਗਏ ਆ, ਅਸੀਂ ਅੱਗ ਬੁਝਾਉਂਦੇ ਰਹਿ ਗਏ ਆ। ਹਾਂਜੀ,
ਹਾਂਜੀ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਘੱਲ ਖੁਰਦ ਵਾਲਿਆਂ ਨੂੰ ਵੀ ਪੰਚਾਇਤੀ ਤੌਰ ਤੇ ਵੀ ਇਹਨਾਂ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਇਹਨਾਂ ਕੋਲੇ ਹੋਰ ਰੋਜੀ ਰੋਟੀ ਹੈ ਨਹੀਂ, ਘਰੇ 'ਚ ਖਾਣ ਨੂੰ ਦਾਣੇ ਵੀ ਹੈ ਨਹੀਂ, ਵੀ ਕੁਛ ਅਸੀਂ ਵਾੜਾ ਭਾਈ ਦੀ ਪੰਚਾਇਤ ਨਗਰ ਕੁਛ ਪੈਸੇ ਇਕੱਠੇ ਕਰ ਲੈਂਦੇ ਆ, ਕੁਛ ਤੁਸੀਂ ਸਾਡੀ ਮਦਦ ਕਰੋ, ਤੁਹਾਡੀ ਗਲਤੀ ਨਾਲ ਇਹਨਾਂ ਦੀ ਜ਼ਮੀਨ ਕਣਕ ਨੂੰ ਅੱਗ ਲੱਗੀ ਆ। ਅਸੀਂ ਸਾਨੂੰ ਉਲਟਾ ਕਹਿੰਦੇ ਜੋ ਪਰਚਾ ਕਰਾਉਣਾ ਕਰਾ ਲਓ, ਸਾਨੂੰ ਕੁਛ ਨਹੀਂ ਹੋਣਾ, ਸਾਨੂੰ ਕੁਛ ਨਹੀਂ ਹੋਣਾ, ਅਸੀਂ ਜੋ ਕਰਨਾ ਕਾਰਵਾਈ ਕਰ ਲਓ, ਅਸੀਂ ਤੁਹਾਨੂੰ ਕੁਛ ਨਹੀਂ ਦੇਣਾ। ਇਹ ਗੱਲਾਂ ਕਹਿ ਕੇ ਸਾਨੂੰ ਉਲਟਾ ਦਬਕੇ ਵੀ ਦੇ ਕੇ ਗਏ ਆ ਵੀ ਅਸੀਂ ਐਂ ਕਰਦਾ ਕਿ ਅਸੀਂ ਜਿਉਂ ਕਰ ਦਾਂਗੇ। ਪਰ ਅਸੀਂ ਬਹੁਤ ਬੇਨਤੀ ਕੀਤੀ ਵੀ ਤੁਹਾਡੇ ਤੋਂ ਗਲਤੀ ਹੋਈ ਆ, ਤੁਸੀਂ ਹੈਲਪ ਕਰ ਦਿਓ, ਕੁਛ ਕੋਈ ਲੋਕ ਪ੍ਰਸ਼ਾਸਨ ਕਰ ਦੇਵੇ ਕੁਛ ਵੀ ਇਹਨਾਂ ਗਰੀਬਾਂ ਦੇ ਘਰੇ ਖਾਣ ਨੂੰ ਦਾਣੇ ਆ ਜਾਣ। ਪਰ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ। ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਕਹੀ ਜਾਂਦੇ, ਸਾਨੂੰ ਭਰੋਸੇ ਤੋਂ ਸਿਵਾਏ ਕੁਛ ਨਹੀਂ ਕਿਹਾ। ਜਦੋਂ ਆਮ ਆਦਮੀ ਪਾਰਟੀ ਹੁਣ ਆਈ ਆ, ਭਗਵੰਤ ਮਾਨ ਕਹਿੰਦੇ ਕੋਈ ਕਰਪਸ਼ਨ ਨਹੀਂ ਇਹਦੇ ਅੰਦਰ, ਕੋਈ ਕੁਛ ਨਹੀਂ, ਕੰਮ ਲੋਕਾਂ ਦੇ ਹੋਣਗੇ, ਪਰ ਫਿਰ ਵੀ ਇੰਨੇ ਘੰਟੇ ਬਹਿਣਾ ਪਿਆ। ਤੁਹਾਡੀ ਗੱਲ ਸਹਿਮਤ ਆ ਜੀ, ਭਗਵੰਤ ਮਾਨ ਦੀ ਸਰਕਾਰ ਹੈ, ਸਾਡੇ ਲੋਕਲ ਐਮਐਲਏ ਆ 15 ਕਿਲੋਮੀਟਰ ਤੇ ਬੈਠੇ ਆ, ਕੀ ਉਹ ਆ ਕੇ ਸਾਡਾ ਮਸਲਾ ਨਹੀਂ ਸੁਲਝਾ ਸਕਦੇ? ਭਲਾ ਸੀ ਪਾਰਟੀ ਜੋ ਮਰਜ਼ੀ ਹੋਣ, ਅਕਸਰ ਲੋਕਲ ਐਮਐਲਏ ਬੈਠਾ 5 ਕਿਲੋਮੀਟਰ 10 ਕਿਲੋਮੀਟਰ ਤੇ, ਕਾਹਦੇ ਵਾਸਤੇ ਐਮਐਲਏ ਬਣਾਏ ਇਹਨਾਂ ਲੋਕਾਂ ਨੇ? ਕਾਹਦੋਂ ਇਹਨਾਂ ਫਤਵਾ ਦਿੱਤਾ ਜਿਤਾਇਆ? ਉਹ ਲੋਕਲ ਐਮਐਲਏ ਆ ਕੇ ਸਾਡਾ ਫੈਸਲਾ ਨਹੀਂ ਕਰਾ ਸਕਦਾ? ਜਿੰਨੇ ਜ਼ਿਮੀਂਦਾਰ ਖੜੇ ਸਾਰੇ ਕੰਮ ਵਾਲੇ ਖੜੇ ਆ, ਜਿਹਨੂੰ ਵੋਟਾਂ ਪਾਈਆਂ ਸਾਰਿਆਂ ਨੇ ਪਾਈਆਂ, ਤਾਂ ਹੀ ਉਹ ਇੰਨੀ ਵੋਟ ਤੇ ਜਿੱਤਿਆ। ਅੱਜ ਸਾਡਾ ਇੱਥੇ 5 ਮਿੰਟਾਂ 'ਚ ਮਸਲਾ ਹੁੰਦਾ ਸੀ, ਹੱਲ ਆ ਕੇ ਟਿਕਾ ਕੇ ਹੁੰਦਾ, ਸਾਡੀ ਕੋਈ ਗੱਲ ਨਹੀਂ ਸੁਣ ਰਿਹਾ। ਤੁਸੀਂ ਵੇਖੋ ਸਾਰੇ ਬੰਦੇ ਕੱਲਾ ਬੰਦਾ 11 ਵਜੇ ਤੋਂ ਘਰੇ ਬੈਠੇ ਭੁੱਖੇ ਭਾਣੇ ਬੈਠੇ ਆ। ਪ੍ਰਸ਼ਾਸਨ ਕੀ ਇਹ ਸਰਕਾਰ ਆ? ਗੱਲਾਂ ਹੀ ਕਰੀ ਜਾਂਦੀ ਨਾ ਅਖਬਾਰਾਂ 'ਚ, ਅਸੀਂ ਐਂ ਕਰੀਏ। ਜਿਆਦਾ ਸਾਡਾ ਤਾਂ ਪਹਿਲੀ ਵਾਰ ਪਿੰਡ ਦਾ ਮਸਲਾ ਆਇਆ ਸੀ, ਜਦੋਂ ਸੁਲਝਾਉਂਦੇ ਫਿਰ ਤਾਂ ਸਾਨੂੰ ਸਰਕਾਰ ਤੇ ਵਿਸ਼ਵਾਸ ਹੁੰਦਾ ਵੀ ਸਰਕਾਰ ਨੇ ਆ ਕੁਛ ਕਰਤਾ, ਅਸੀਂ ਵੀ ਇਹਨਾਂ ਦੇ ਮਗਰ ਕਰਦੇ ਵੀ ਸਰਕਾਰ ਵਾਕਈ ਚੰਗੀ ਆ। ਇਹ ਤਾਂ ਸਿਰਫ ਬਾਈ ਜੀ ਉਦੋਂ ਵੀ ਮਾੜੀ ਆ, ਇਹ 'ਚ ਕੋਈ ਸ਼ੱਕ ਨਹੀਂ। ਕੀ ਕਹਿਣਾ ਚਾਹੁੰਦੇ ਐਸਐਸਪੀ ਨੂੰ ਕਿ ਇਸ ਟਾਈਮ ਮੌਕੇ ਤੇ ਕੀ ਕੀਤਾ ਜਾਵੇ? ਅਸੀਂ ਆਣੇ ਐਸਐਸਪੀ ਨੂੰ ਮੌਕੇ ਤੇ ਫਰਜ਼ ਕਰ, ਜਿਹੜੀ ਮਸ਼ੀਨਰੀ 2 ਟਰੈਕਟਰ ਮਸ਼ੀਨ, 2 ਟਰਾਲੀਆਂ, 1 ਟਰੈਕਟਰ, ਜੇ ਤਾਂ ਵੀ ਸਾਡੇ ਨਾਲ ਕੋਈ ਫੈਸਲਾ ਕਰਦੇ, ਸਾਡੀ ਮਦਦ ਕਰਦੇ, ਬੈਠ ਕੇ ਕੋਈ ਸਮਝੌਤਾ ਕਰਦੇ, ਠੀਕ ਹੈ, ਨਹੀਂ ਤਾਂ ਉਹਨਾਂ ਤੇ ਪਹਿਲਾਂ ਜ਼ਬਤ ਕਰਕੇ ਪਰਚਾ ਕੀਤਾ ਜਾਵੇ। ਮਤਲਬ ਉਹਨਾਂ ਦੇ ਐਫਆਈਆਰ ਕੀਤੀ ਜਾਵੇ, ਇਨਕੁਆਇਰੀ ਕਰ। ਪਹਿਲਾਂ ਉਹਨਾਂ ਚਿਰ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਉਹ ਚੀਜ਼ ਨੂੰ ਥਾਣੇ 'ਚ ਲੈ ਕੇ ਜ਼ਬਤ ਨਹੀਂ ਕਰਦੇ। ਉਹ ਤਾਂ ਮਸ਼ੀਨ ਲੈ ਕੇ ਆਪਦੀ ਕਮਾਈ ਕਰੀ ਜਾਣਗੇ, ਸਾਡੀ ਤਾਂ ਕਣਕ ਮੱਚ ਗਈ ਜੀ। ਪਰ ਆਮ ਲੋਕ ਵੀ ਖਰਾਬ ਹੋ ਰਹੇ ਆ, ਰੋਡ ਤੇ ਕਿੰਨੀਆਂ ਲੈਣਾ ਬਹੁਤ ਅਸੀਂ ਲੋਕਾਂ ਦੇ ਨਾਲ, ਸਾਡੀ ਹੱਦੋਂ ਜ਼ਿਆਦਾ ਮਜਬੂਰੀ। ਅਸੀਂ ਇਹ ਵੀ ਸਾਡੇ ਭਰਾ, ਸਾਨੂੰ ਪਤਾ ਨਿੱਕੇ ਬੱਚੇ ਆ ਗੱਡੀਆਂ 'ਚ ਰੁਲੀ ਜਾਂਦੇ, ਪਰ ਬਾਈ ਸਾਡਾ ਇਹ ਧਰਨੇ ਬਿਨਾ ਸਾਡਾ ਕੋਈ ਵੀ ਚਾਰਾ ਨਹੀਂ ਸੀ। ਅਸੀਂ ਇਸ ਗੱਲ ਦੀ ਵੀ ਮਾਫੀ ਮੰਗਦੇ, ਅਸੀਂ ਲੋਕਾਂ ਨੂੰ ਖਰਾਬ ਕਰ ਰਹੇ ਹਾਂ, ਪਰ ਸਾਡੀ ਕੋਈ ਮਜਬੂਰੀ ਯਾਰ, ਅਸੀਂ ਤੜਕਦੇ ਕਰੀ ਜਾਂਦੇ, ਜਨਤਾ ਤੋਂ ਮਾਫੀ ਮੰਗ ਲੈਂਦੇ ਆ। ਕੋਈ ਹੋਵੇ ਤਾਂ ਸੁਣੇ ਸਾਡੀ। ਹੁਣ ਤੁਸੀਂ ਦੇਖੋ 14 ਕਿਲੋਮੀਟਰ ਬਾਅਦ ਫਿਰੋਜ਼ਪੁਰ, ਕੀ ਐਮਐਲਏ ਦਿਹਾਤੀ ਕਿੱਥੇ ਬੈਠਾ? ਆ ਕੇ ਸਾਡਾ ਟਿਕਾ ਨਹੀਂ ਸਕਦਾ। ਅੱਛਾ, ਮੈਨੂੰ ਇੱਕ ਹੋਰ ਦੱਸੋ ਵੀ ਐਸਐਚਓ ਨੇ ਆ ਕੇ ਤੁਹਾਡੇ ਨਾਲ ਕੋਈ ਗੱਲ ਬਾਹਰ ਕੀਤੀ ਆ? ਐਸਐਚਓ ਨੇ ਗੱਲ ਕੀਤੀ ਆ, ਗੱਲ ਕਹਿੰਦਾ ਬਸ ਵੀ ਤੁਸੀਂ ਬਿਆਨ ਲਿਖਾਓ, ਪਰਚਾ। ਉਹ ਬੰਦੇ ਨੇ ਲਿਆ ਤੇ ਪਰਚੇ ਤੇ, ਉਹ ਬੰਦੇ ਪਹਿਲਾਂ ਮਸ਼ੀਨਰੀ ਤਾਂ ਲਿਆ ਕੇ, ਮਸ਼ੀਨਰੀ ਤਾਂ ਘਰੇ ਹੀ ਆ, ਬੰਦੇ ਭੱਜ ਕੇ ਮਸ਼ੀਨਰੀ ਤਾਂ ਨਹੀਂ ਨਾਲ ਲੈ ਗਏ। ਐਸਐਚਓ ਨੇ ਪੈਸੇ ਖਾਦੇ ਯਾਰ, ਬੰਦੇ ਯਾਰ ਉਹ ਕਿਹੜਾ ਖੰਭ ਲੱਗੇ ਸੀ ਮਸ਼ੀਨ ਨੂੰ ਵੀ ਜਿਹੜੀ ਐਡੀ ਛੇਤੀ ਉੱਡ ਗਈ? ਕੱਲਾਂ ਜੀ ਆ, ਕਿਤੇ ਦੂਰ ਤਾਂ ਨਹੀਂ ਜਾਵੜੀ। ਉਲਟਾ ਤਾਂ ਤੁਸੀਂ ਦੱਸੋ ਕਿੱਥੇ ਖੜੀ ਆ? ਉਲਟਾ ਐਸਐਚਓ ਕਹਿੰਦਾ ਤੁਸੀਂ ਦੱਸੋ ਮੈਂ ਫੜ ਲਿਆਉਣਾ। ਲੈ ਦੱਸ, ਅਸੀਂ ਦੱਸਗੇ ਫੜ ਲਿਆਉਣਾ ਹੈ? ਪੁਲਿਸ ਤਨਖਾਹ ਕਾਦੀ ਲੈਂਦੀ ਜੇ ਅਸੀਂ ਮੁਲਜ਼ਮ ਫੜ ਕੇ ਲਿਆਉਣੇ? ਤਾਂ ਉਹਨਾਂ ਦਾ ਕੀ ਇੱਥੇ ਥਾਣੇ 'ਚ ਬੈਠਣ ਦਾ, ਬਸ ਬੈਠ ਕੇ ਮੱਖੀਆਂ ਮਾਰਨ ਦਾ ਹੀ ਕੰਮ ਆ। ਕੋਈ ਸਵੇਰ 12 ਵਜੇ ਤੋਂ ਬੈਠੇ ਇੱਥੇ, ਕੋਈ ਸੁਣਵਾਈ ਨਹੀਂ ਜੀ। ਉੱਪਰ ਤੱਕ ਲਾਈਵ ਚੱਲ ਰਿਹਾ ਜੀ, ਲਾਈਵ ਤੁਸੀਂ ਜੋ ਉੱਪਰ ਤੱਕ ਸਾਡੀ ਆਵਾਜ਼ ਪਹੁੰਚਾਈ ਜਾਵੇ। ਤੇ ਇਹ ਗਰੀਬ ਕਿਸਾਨ ਜਿਹੜੇ ਅੱਜ ਕਣਕ ਵੱਲੋਂ ਆਵਾਜ਼ਾਰ ਹੋ ਗਏ, ਖਾਣ ਤੋਂ ਵੀ ਇਹਨਾਂ ਦਾ ਕੋਈ ਨਾ ਕੋਈ, ਇਹਨਾਂ ਨੂੰ ਪ੍ਰਮਾਤਮਾ ਕਰਕੇ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਦਾ ਵਿਚਾਰਿਆਂ ਦਾ, ਗਰੀਬਾਂ ਦਾ ਹੱਲ ਹੋਵੇ। ਇੱਕ ਬਜ਼ੁਰਗ ਦਾ ਬੰਦਾ ਜਦੋਂ ਦੌਰਾ ਪੈ ਕੇ ਡਿੱਗ ਪਿਆ, ਉਹਨੂੰ ਮੈਡੀਕਲ 'ਚ ਹਸਪੀਟਲ ਐਡਮਿਟ ਕਰਵਾਇਆ। ਹਾਂਜੀ, ਜਿਹਦੀ ਕਣਕ 2.5 ਕਿੱਲੇ ਜ਼ਮੀਨ ਸੀ, 2.5 ਇਹਦੇ ਠੇਕੇ ਤੇ ਲਏ ਸੀ, ਜਿਹਦੇ ਸਾਹਮਣੇ ਇੱਥੇ। ਅੱਛਾ, ਉਹ ਕਿੱਥੇ ਮੁੰਡਾ ਉਹਨਾਂ ਦਾ? ਬੁਲਾਇਓ ਇਧਰ ਆ, ਇਧਰ ਆ, ਇਧਰ। ਕੀ ਹੋਇਆ ਡੈਡੀ ਨੂੰ? ਡੈਡੀ ਡਿੱਗ ਪਏ। ਹਾਂਜੀ। ਅੱਛਾ, ਕਿੱਥੇ ਨੇ ਹੁਣ? ਹੁਣ ਤਾਂ ਹੀ ਘਰੇ ਆ ਗਏ ਆ। ਟੈਨਸ਼ਨ ਸੀ ਕੋਈ ਹੋਈ ਜਾਂ ਕੋਈ ਚੱਕਰ ਆਏ? ਕੀ ਕਣਕ ਨੂੰ ਦੇਖ ਕੇ ਉਹਨਾਂ ਨੂੰ ਡਿੱਗ ਪਏ। ਅੱਛਾ, ਕੀ ਨਾਂ ਤੁਹਾਡੇ ਦਾ? ਕੇਵਲ ਸਿੰਘ ਜੀ। ਤੁਸੀਂ ਮੁਸ਼ਕਿਲ ਸੁਣ ਲਈ ਆ, ਕੀ ਮੁਸ਼ਕਿਲ ਹੈਗੀ ਆ ਇਹਨਾਂ ਕਿਸਾਨਾਂ ਦੀ? ਕਿਉਂ ਬੈਠੇ ਨੇ ਰੋਡ ਨੂੰ ਜਾਮ ਕਰਕੇ ਪਿਛਲੇ 1 ਘੰਟੇ ਤੋਂ? ਤੇ ਥਾਣੇ ਨੂੰ ਗੇਟ ਦੇ ਉੱਤੇ 11 ਵਜੇ ਤੋਂ ਕਿਉਂ ਬੈਠੇ ਨੇ? ਇਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਘਟਨਾ ਉਹ ਤੁਹਾਨੂੰ ਅਸੀਂ ਸੁਣਾ ਦਿੱਤੀ ਆ। ਹਾਲਾਂਕਿ ਬਹੁਤ ਵੱਡਾ ਸਵਾਲ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ? ਆਖਿਰਕਾਰ ਪੁਲਿਸ ਪ੍ਰਸ਼ਾਸਨ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥਾਣੇ ਘੱਲ ਖੁਰਦ ਦੀਆਂ ਤਸਵੀਰਾਂ ਜਿਹੜੀਆਂ ਲਾਈਵ ਨੇ ਜ਼ੂਮ ਕਰਕੇ ਦਿਖਾਈਆਂ ਜਾਣ ਕਿ ਆਖਿਰਕਾਰ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ? ਕੀ ਕਮੀ ਆ, ਕਿੱਥੇ ਕਮੀ ਆ?
ਕਿਉਂ ਕਾਰਵਾਈ ਜਿਹੜੀ ਆ ਉਹ ਇੱਥੇ ਕੀਤੀ ਜਾ ਰਹੀ, ਆਖਿਰਕਾਰ ਕਿਉਂ ਲੋਕਾਂ ਨੂੰ ਰੋਡ ਦੇ ਉੱਪਰ ਬੈਠਣਾ ਪੈ ਰਿਹਾ ਹੈ। ਕਿਉਂਕਿ ਜਿਹੜੀ ਲਾਈਵ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਲੋਕ ਜਿਹੜੇ ਨੇ ਉਹ ਇੱਥੇ ਖੱਜਲ ਖਵਾਰ ਹੋ ਰਹੇ ਨੇ। ਲੋਕ ਬੱਸਾਂ 'ਚ ਗੱਡੀਆਂ 'ਚ, ਗਰਮੀ ਦਾ ਸਮਾਂ ਹੈ, ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇੱਥੇ ਇਹ ਗੱਲ ਕਹੀ ਗਈ ਆ ਇਹਨਾਂ ਕਿਸਾਨਾਂ ਵੱਲੋਂ ਕਿ ਜਿਹੜੀ ਕਣਕ ਨੂੰ ਅੱਗ ਲਾਈ ਆ ਉਹ ਫਲਾਣੇ ਦੇ ਕੰਬਾਈਨ ਦੇ ਦੁਆਰਾ ਲੱਗੀ ਆ। ਹਾਲਾਂਕਿ ਪੁਲਿਸ ਨੂੰ ਕਿਹਾ ਗਿਆ ਇਹਨਾਂ ਵੱਲੋਂ ਕਿ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਪਰ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ। ਪੁਲਿਸ ਤਾਂ ਮੱਖੀਆਂ ਮਾਰ ਰਹੀ ਆ, ਇੱਥੋਂ ਤੱਕ ਗੱਲਾਂ ਕਹਿ ਦਿੱਤੀਆਂ ਗਈਆਂ। ਪਰ ਇੱਕ ਪਾਸੇ ਸੀਐਮ ਭਗਵੰਤ ਮਾਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ, ਵਾਅਦੇ ਕੀਤੇ ਜਾ ਰਹੇ ਨੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ। ਪਰ ਇੱਥੇ ਦੂਜੀ ਤਸਵੀਰ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੀ ਪੁਲਿਸ ਇੱਥੇ ਧਰਨੇ ਨੂੰ ਨਹੀਂ ਚੁਕਵਾ ਸਕੀ। ਜਿੰਨੀ ਮਰਜ਼ੀ ਵੱਡੀ ਕੋਈ ਪ੍ਰੋਬਲਮ ਹੋਵੇ ਉਸ ਦਾ ਹੱਲ ਜ਼ਰੂਰ ਹੁੰਦਾ ਹੈ। ਅਗਰ ਕੋਈ ਕੰਪਰੋਮਾਈਜ਼ ਦੀ ਇਹਨਾਂ ਦਾ ਕਰਵਾਉਣਾ ਹੈ, ਹਾਲਾਂਕਿ ਕੰਪਰੋਮਾਈਜ਼ ਦੀ ਵੀ ਗੱਲ ਵਿੱਚ ਕੀਤੀ ਗਈ ਆ। ਅਗਰ ਕੰਪਰੋਮਾਈਜ਼ ਦੀ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਸ ਰੋਡ ਨੂੰ ਤਾਂ ਖੋਲ ਦਿੱਤਾ ਜਾਂਦਾ, ਆਮ ਲੋਕ ਜਿਹੜੇ ਆ ਉਹ ਤਾਂ ਖੱਜਲ ਖੁਆਰ ਨਾ ਹੁੰਦੇ। ਕਿਉਂ ਰੋਡ ਨੂੰ ਜਾਮ ਕੀਤਾ ਗਿਆ, ਗੱਲਬਾਤ ਕਰਾਂਗੇ ਇੱਥੋਂ ਦੇ ਮੌਜੂਦਾ ਐਮਐਲਏ ਰਜਨੀਸ਼ ਦਈਆ ਦੇ ਨਾਲ ਫੋਨ ਲਾਈਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਸ ਮਸਲੇ ਨੂੰ ਹੱਲ ਕੀਤਾ ਜਾਏਗਾ ਜਾਂ ਫਿਰ ਇਹ ਮਸਲਾ ਇਸੇ ਤਰ੍ਹਾਂ ਹੀ ਅੜਿਆ ਰਹੇਗਾ। ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਫੋਨ ਲਾਈਨ ਤੇ। ਫਿਰੋਜ਼ਪੁਰ ਦਿਹਾਤੀ ਐਮਐਲਏ ਰਜਨੀਸ਼ ਦਈਆ ਨਾਲ ਫੋਨ ਲਾਈਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਖਿਰਕਾਰ ਕਿਉਂ ਮਸਲਾ ਜਿਹੜਾ ਉਹ ਇਹਨਾਂ ਦਾ ਹੱਲ ਨਹੀਂ ਹੋ ਪਾਇਆ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 15 ਕਿਲੋਮੀਟਰ ਦੂਰ ਐਮਐਲਏ ਇੱਥੋਂ ਰਹਿੰਦੇ ਨੇ। ਹਾਲਾਂਕਿ ਫੋਨ ਜਿਹੜਾ ਹੈ ਉਹਨਾਂ ਵੱਲੋਂ ਰਿਸੀਵ ਨਹੀਂ ਕੀਤਾ ਗਿਆ। ਹੋ ਸਕਦਾ ਬਿਜ਼ੀ ਹੋਣ, ਹੋ ਸਕਦਾ ਹੈ ਦੁਬਾਰਾ ਤੋਂ ਵੀ ਟਰਾਈ ਕਰਾਂਗੇ। ਪਰ ਜਿਹੜੇ ਹਾਲਾਤ ਉਸੇ ਤਰ੍ਹਾਂ ਹੀ ਬਣੇ ਹੋਏ ਨੇ, ਉਸੇ ਤਰੀਕੇ ਨਾਲ ਹੀ ਰੋਡ ਜਿਹੜੀ ਆ ਉਹ ਜਾਮ ਪਈ ਆ। ਲੋਕ ਖੱਜਲ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ। ਉਸੇ ਤਰੀਕੇ ਨਾਲ ਜਿਹੜੇ 22 ਕਿੱਲੇ ਕਿਸਾਨਾਂ ਦੀ ਕਣਕ ਸੜ ਚੁੱਕੀ ਆ। ਹਾਲਾਂਕਿ ਉਹਦੇ ਵਿੱਚੋਂ ਕਿਸਾਨ ਜ਼ਿਆਦਾਤਰ ਠੇਕੇ ਤੇ ਜ਼ਮੀਨ ਲੈ ਕੇ ਉਹਨਾਂ ਨੇ ਜਿਹੜਾ ਕਣਕ ਇੱਥੇ ਬੀਜੀ ਸੀ, ਪਰ ਉਹਨਾਂ ਦੀ ਕਣਕ ਸੜ ਗਈ ਆ। ਕਿਉਂਕਿ ਐਨ ਮੌਕੇ ਤੇ ਆ ਕੇ ਫਸਲ ਦਾ ਸੜ ਜਾਣਾ ਬੜੀ ਵੱਡੀ ਗੱਲ ਆ। ਕਿਉਂਕਿ ਸਾਰੀ 6 ਮਹੀਨੇ ਲਗਾਤਾਰ ਆਪਣੇ ਪੁੱਤਾਂ ਦੇ ਵਾਂਗੂ ਫਸਲ ਨੂੰ ਪਾਲਿਆ ਜਾਂਦਾ ਹੈ, ਪਰ ਐਨ ਮੌਕੇ ਤੇ ਜਦੋਂ ਫਸਲ ਪੱਕ ਜਾਂਦੀ ਆ, ਅਗਰ ਉਸ ਸਮੇਂ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਬੜੀ ਵੱਡੀ ਗੱਲ ਆ ਕਿ ਉਸ ਦੇ ਉੱਪਰ ਕੀ ਬੀਤਰੀ ਹੋਏਗੀ ਉਹਨਾਂ ਕਿਸਾਨਾਂ ਦੇ ਉੱਪਰ, ਉਹ ਕਿਸਾਨ ਹੀ ਜਾਣਦੇ ਨੇ। ਉਮੀਦ ਕਰਦੇ ਆ ਕਿ ਫਿਰੋਜ਼ਪੁਰ ਦਾ ਜਿਹੜਾ ਪ੍ਰਸ਼ਾਸਨ ਆ, ਕੀ ਕਹਿਣਾ ਚਾਹੁੰਦੇ ਹੋ? 1 ਕਿਲੋਮੀਟਰ ਤੇ ਘਰ ਆ ਉਹ ਬੰਦੇ ਦਾ, ਮਸ਼ੀਨ ਵਾਲੇ ਦਾ। ਜਿਹੜੀ ਪੁਲਿਸ ਪ੍ਰਸ਼ਾਸਨ ਕਰ ਰਿਹਾ, ਬੰਦੇ ਹੀ ਹੈ ਨਹੀਂ, ਮਸ਼ੀਨ ਹੀ ਪਤਾ ਨਹੀਂ ਕਿੱਧਰ ਉੱਠ ਗਈ ਆ। ਉਹ ਖੰਭ ਤਾਂ ਨਹੀਂ ਲੱਗੇ ਸੀ ਜਿਹੜੀ ਉੱਡ ਗਈ। ਜੇ ਪੁਲਿਸ ਦਾ ਇਰਾਦਾ ਹੋਵੇ 5 ਮਿੰਟਾਂ 'ਚ ਇੱਥੇ ਥਾਣੇ ਸਾਰਾ ਕੁਝ ਆ ਸਕਦਾ, ਪਰ ਪੁਲਿਸ ਉਹ ਤਾਂ ਜੇਬ ਗਰਮ ਹੋਈ ਆ, ਉਧਰ ਬੋਲਦੀ ਆ। ਬਿਲਕੁਲ ਲਗਾਤਾਰ ਉਸੇ ਤਰੀਕੇ ਨਾਲ ਤੁਸੀਂ ਲਾਈਵ ਤਸਵੀਰਾਂ ਦੇਖਦੇ ਰਹੋ। ਲਾਈਵ ਤਸਵੀਰਾਂ ਜਿਹੜੀਆਂ ਨੇ ਇਸ ਰੋਡ ਤੇ ਤੁਸੀਂ ਦੇਖ ਸਕਦੇ ਹੋ। ਇੱਥੇ ਬਗੀਦਾੜੀ ਵਾਲਾ ਐਸਆਈ ਫਰਦਾ, ਉਹਦਾ ਰੌਲਾ ਹੀ ਨਾ ਪਾਓ। ਦੱਸ ਸਾਡੀ ਕਣਕ ਸੜ ਗਈ, ਉਹਦਾ ਰੌਲਾ ਨਾ ਪਾਓ। ਮੈਂ ਕਿਹਾ ਤੇਰੀ ਸਾੜ ਲੈਣ ਤੇ ਮੈਨੂੰ 10 ਕਿੱਲੇ ਅੱਗ ਲਾ ਕੇ ਤੇ ਮੁੜ ਕੇ ਕਰਾ ਲਈਂਗੇ ਜਿਹੜਾ ਪਰਚਾ ਕਰਾਉਣਾ ਸਾਡੀ ਦਾ। ਮੈਨੂੰ ਤਾਂ ਇਸ ਗੱਲ ਦੀ ਹੈਰਾਨਗੀ ਵੀ ਤੁਸੀਂ 70,000 ਤਨਖਾਹ ਇਸ ਕੰਮ ਨਹੀਂ ਲੈਂਦੇ ਆ। 60,000 ਨੂੰ ਠੇਕੇ ਦੀ ਜ਼ਮੀਨਾਂ ਲਈਆਂ ਲੋਕਾਂ ਨੇ। ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਥਾਣਾ ਘੱਲ ਖੁਰਦ ਦੇ ਬਾਹਰ ਦੀਆਂ ਤਸਵੀਰਾਂ ਨੇ। ਐਸਐਚਓ ਘੱਲ ਖੁਰਦ ਬਲਵਿੰਦਰ ਜੀ ਬੋਲ ਰਿਹਾ ਸਰ ਮੈਂ ਸੁਖ ਪੱਤਰਕਾਰ ਬੋਲ ਰਿਹਾ ਜੀ। ਮੈਂ ਪੁੱਛ ਰਿਹਾ ਸਰ, ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਥਾਣੇ ਦੇ ਬਾਹਰ, ਇਹਦੇ ਤੇ ਸਬੰਧ 'ਚ ਕੋਈ ਕਾਰਵਾਈ ਕੀਤੀ ਗਈ ਹੈ ਕਿ ਨਹੀਂ ਸਰ? ਅਜੇ ਚੱਲ ਰਹੀ ਹੈ ਜੀ ਕਾਰਵਾਈ। ਸਰ ਰੋਡ 1 ਘੰਟੇ ਤੋਂ ਬਲੌਕ ਆ, ਆਮ ਲੋਕ ਖੱਜਲ ਖਵਾਰ ਹੋ ਰਹੇ ਆ। ਅਗਰ ਕੋਈ ਮਸਲਾ ਹੱਲ ਹੋ ਸਕਦਾ ਰੋਡ ਨੂੰ ਜੇ ਖਲਵਾਇਆ ਜਾਵੇ ਤਾਂ। ਅਸੀਂ ਚਾਹੁੰਦੇ ਆ ਬਾਈ ਜੀ ਵੀ ਰੋਡ ਨਾ ਖੁੱਲੇ। ਅਸੀਂ ਕਾਉਂਸਲਿੰਗ ਕਰੀ ਜਾਂਦੇ ਆ, ਇਸੇ ਕਰਕੇ ਬੈਠੇ ਹੋਏ ਆ। ਹਾਂ ਭਾਜੀ, ਪਬਲਿਕ ਬਹੁਤ ਜ਼ਿਆਦਾ ਖਰਾਬ ਹੋ ਰਹੀ, ਕਿਉਂਕਿ ਜਿਹੜਾ ਮਸਲਾ ਹੈਗਾ ਉਹ ਤਾਂ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਉਹ ਤਾਂ ਪ੍ਰਕਿਰਿਆ ਚੱਲਣੀ ਆ, ਪਰ ਕਿਤੇ ਨਾ ਕਿਤੇ ਜੇ ਰੋਡ ਪਹਿਲਾਂ ਖੋਲ ਦਿੱਤੀ ਜਾਵੇ ਤਾਂ।
ਇਹ ਤਾਂ ਤੁਸੀਂ ਕਹੋ ਨਾ ਉਹਨਾਂ ਨੂੰ ਪੱਤਰਕਾਰ ਸਾਹਿਬ, ਅਸੀਂ ਤਾਂ ਬੇਨਤੀ ਕਰ ਆਏ ਆ। ਮੈਂ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 11 ਵਜੇ ਤੋਂ ਬੈਠੇ ਆ, ਪੁਲਿਸ ਜਿਹੜੀ ਆ ਕੋਈ ਕਾਰਵਾਈ ਨਹੀਂ ਕਰ ਰਹੀ, ਕੋਈ ਦੋਸ਼ੀਆਂ ਨੂੰ ਨਹੀਂ ਫੜ ਰਹੀ। ਦੋਸ਼ੀਆਂ ਨੂੰ ਕੋਈ ਦੋਸ਼ੀ ਜਦੋਂ ਕਹਿੰਦੇ ਕਾਉਂਸਲਿੰਗ ਚੱਲ ਰਹੀ ਆ, ਜਿੰਨੇ ਗੱਲ ਕਿਸੇ ਪਾਸੇ ਨਹੀਂ ਲੱਗੀ ਉਹਨਾਂ ਤੇ ਅਸੀਂ ਕੀ ਕਰ ਸਕਦੇ ਆ। ਠੀਕ ਹੈ ਜੀ। ਉਹ ਬਾਏ ਨੇਮ ਸਰ ਨਾਮ ਲੈ ਰਿਹਾ। ਤੁਸੀਂ ਦੇਖ ਸਕਦੇ ਹੋ ਬਲਵਿੰਦਰ ਸਿੰਘ ਇਸ ਥਾਣੇ ਦੇ ਅੰਦਰ ਨੇ, SHO। ਹਾਲਾਂਕਿ ਲਾਈਵ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਅੱਧੀ ਗੱਲ ਕਰਦੇ ਹੀ ਜਿਹੜਾ ਉਹਨਾਂ ਵੱਲੋਂ ਫੋਨ ਕੱਟ ਦਿੱਤਾ ਗਿਆ। ਮੈਂ SSP ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਕਿ CM ਭਗਵੰਤ ਮਾਨ ਦੇ ਧਿਆਨ 'ਚ ਵੀ ਲਿਆਉਣਾ ਚਾਹਣਾ ਕਿ ਆਖਿਰਕਾਰ ਜਿਹੜੀ ਪੁਲਿਸ ਹੈਗੀ ਆ ਇੱਥੇ ਪੁਲਿਸ ਆਖਿਰਕਾਰ ਅਗਰ ਅੰਦਰ ਕੋਈ ਕਾਉਂਸਲਿੰਗ ਚੱਲ ਰਹੀ ਆ 11 ਵਜੇ ਦੀ, ਕਿਹੜੀ ਕਾਉਂਸਲਿੰਗ ਆ ਜਿਹੜੀ 11 ਵਜੇ ਦੀ ਕਾਉਂਸਲਿੰਗ ਚੱਲ ਰਹੀ ਆ ਤੇ ਸ਼ਾਮ ਦੇ 6:30 ਹੋ ਰਹੇ ਆ। 11 ਵਜੇ ਦੀ ਕਾਉਂਸਲਿੰਗ ਆ ਤੇ 6:30 ਹੋ ਚੁੱਕੇ ਆ ਤੇ ਉਹ ਕਾਉਂਸਲਿੰਗ ਹਜੇ ਤੱਕ ਖਤਮ ਨਹੀਂ ਹੋਈ। ਹਾਂਜੀ, ਕੀ ਕਹਿਣਾ ਮਾਤਾ? ਸਾਡੇ 6 ਮਹੀਨੇ ਬੱਚੇ ਰੋਣ ਦੇ ਆ ਪਿੱਛੇ ਦੁੱਧ ਤੋਂ। ਬੱਸ ਖਲੋਤੀ ਆ, ਹੁਣ ਆਵਾਜਾਈ ਠੱਪ ਪਈ ਆ ਸਾਰੀ ਵੀਰੇ, ਬਹੁਤ ਔਖੇ ਹੋਏ ਵੇ ਆ। ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ, ਇਹਨਾਂ ਵਿਚਾਰਿਆਂ ਦੀ ਵੀ। ਪਰ ਗੱਲ ਕਰ ਆਮ ਪਬਲਿਕ ਨੂੰ ਤੰਗ ਨਾ ਕਰਨਾ ਚਾਹੀਦਾ ਸਾਰਿਆਂ ਨੂੰ, ਠੀਕ ਹੈ ਕਿ ਨਹੀਂ? ਹੁਣ ਸਾਰੇ ਪਰੇਸ਼ਾਨ ਹੋ ਰਹੇ ਵੀਰੇ, ਇੱਥੇ ਕਿਸੇ ਨੂੰ MLA ਨੂੰ ਆ ਕੇ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਸਾਰਿਆਂ ਨੂੰ। ਪਰ ਬੇਨਤੀ ਆ, ਪਰ ਵੀ ਜੀ ਸਾਡੀ ਵੀ ਗੱਲ ਸੁਣੋ। ਅਸੀਂ ਕੱਲੇ ਬੱਚੇ ਜਾਣ ਤੋਂ ਬੜੀ ਮਿਹਰਬਾਨੀ ਹੋਗੀ ਤੁਹਾਡੇ। ਨਿੱਕੇ ਬੱਚੇ ਨੇ ਸਾਡੀ ਦੂਰ ਜਾਣਾ ਕਿ ਲੁਧਿਆਣੇ ਜਾਣਾ। ਹੁਣ ਘਰ ਦੇ ਵੇੜੀ ਕਿਤੇ ਹੁਣ ਅਸੀਂ ਵੀ ਇੱਥੇ ਫਸੇ ਪਏ ਨੇ। ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ, ਗੱਡੀ ਲੰਘਾ ਦਿਓ ਸਾਡੀ, ਲੰਘਾ ਦਿਓ, ਪਤਾ ਕੋਈ ਲੰਘਾ ਦਿਓ, ਬਸ ਮਿਹਨਤੀ ਆ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਲੋਕ ਖੱਜਲ ਨੇ। ਹਾਲਾਂਕਿ ਜਿਸ ਲਈ ਅਸੀਂ ਲਾਈਵ ਸ਼ੁਰੂ ਕੀਤਾ ਸੀ, ਠੀਕ ਹੈ, ਕਿਸਾਨਾਂ ਦਾ ਮੁੱਦਾ ਹੈ, ਕਣਕ ਸੜੀ ਆ, ਓਕੇ, ਕਾਰਵਾਈ ਹੋਣੀ ਚਾਹੀਦੀ ਆ। ਪਰ ਦੂਜੇ ਪਾਸੇ ਜਿਹੜੇ ਲੋਕ ਖੱਜਲ ਹੋ ਰਹੇ ਆ, ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਛੋਟੇ ਆ, ਜਿਹੜੇ ਪਿਛਲੇ 1 ਘੰਟੇ ਤੋਂ ਰੋ ਰਹੇ ਆ, ਜਿਹੜੀ ਕਿ ਬੱਸ ਆ ਉਹ ਬਲੌਕ ਖੜੀ ਆ, ਇਸ ਜਾਮ ਦੇ ਵਿੱਚ ਖੜੀ ਆ, ਉਸ ਨੂੰ ਲੰਘਣ ਦੀ ਅਪੀਲ ਕੀਤੀ ਜਾ ਰਹੀ ਆ। ਹਾਲਾਂਕਿ SHO ਬਲਵਿੰਦਰ ਸਿੰਘ ਨੂੰ ਕਿਹਾ ਇਹ ਘੱਲ ਖੁਰਦ ਥਾਣੇ ਵਾਲੇ ਨੂੰ ਕਿ ਰੋਡ ਨੂੰ ਤਾਂ ਖਲਵਾ ਦਿਓ, ਜੇ ਕਾਉਂਸਲਿੰਗ ਅੰਦਰ ਚੱਲ ਰਹੀ ਆ ਠੀਕ ਆ, ਪਰ ਉਹਨਾਂ ਵੱਲੋਂ ਫੋਨ ਕੱਟ ਦਿੱਤਾ ਗਿਆ। ਕਹਿੰਦੇ ਤੁਸੀਂ ਕਹੋ ਰੋਡ ਨੂੰ ਖਲਾਉਣ ਲਈ। ਇਹਦਾ ਮਤਲਬ ਜਿਹੜਾ SHO, ਇਹਦਾ ਮਤਲਬ SHO ਦੀ ਕੋਈ ਪਾਵਰ ਨਹੀਂ ਹੈਗੀ, ਕੋਈ ਪਾਵਰ ਨਹੀਂ SHO ਦੀ ਕਿ ਉਹ ਰੋਡ ਨਹੀਂ ਖਲਵਾ ਸਕਦਾ ਆ ਕੇ, ਕਿ ਕਾਉਂਸਲਿੰਗ ਨਹੀਂ ਕਰ ਸਕਦਾ ਕਿ ਇੱਕ ਵਾਰ ਤੁਸੀਂ ਰੋਡ ਖੋਲ ਦਿਓ, ਬੈਠ ਕੇ ਗੱਲ ਕਰਦੇ ਆ। 1 ਘੰਟੇ ਤੋਂ ਰੋਡ ਦਾ ਬੰਦ ਹੋਣਾ ਬੜੀ ਵੱਡੀ ਗੱਲ ਆ। ਆਮ ਜਨਤਾ, ਆਮ ਲੋਕ ਜਿਹੜੇ ਖੱਜਲ ਹੋ ਰਿਹਾ, ਬੜੀ ਤਰਾਸਗੀ ਵਾਲੀ ਗੱਲ ਆ ਕਿ ਆਮ ਲੋਕ ਜਿਹੜੇ ਖੱਜਲ ਹੋ ਰਿਹਾ। ਹਾਲਾਂਕਿ ਬੜੇ ਰਫ ਤਰੀਕੇ ਦੇ ਵਿੱਚ ਜਿਹੜੀ ਗੱਲ SHO ਵੱਲੋਂ ਕੀਤੀ ਗਈ, ਫਰੈਂਕ ਦੇ ਵਿੱਚ ਗੱਲ ਕੀਤੀ ਗਈ ਕਿ ਅਸੀਂ ਜਿਹੜਾ ਕੀ ਆ ਕਾਉਂਸਲਿੰਗ ਕਰ ਰਹੇ ਆ, ਮੀਟਿੰਗ ਚੱਲ ਰਹੀ ਆ। ਇਹੋ ਜੀ ਕਿਹੜੀ ਕਾਉਂਸਲਿੰਗ ਆ ਜਿਹੜੀ 11 ਵਜੇ ਤੋਂ ਚੱਲ ਰਹੀ ਆ? 22 ਕਿੱਲੇ ਸੜੇ ਆ, ਸਿੱਧੀ ਗੱਲ ਕਰੋ, ਕਿਹਨੇ ਸੜੇ ਆ, ਕਿਵੇਂ ਸੜੇ ਆ, ਉਹਦੇ ਤੇ ਕਾਰਵਾਈ ਕਰੋ ਤੇ ਰੋਡ ਨੂੰ ਖਲਾਓ ਤੇ ਬੰਦਿਆਂ ਨੂੰ ਘਰਾਂ ਨੂੰ ਭੇਜੋ। ਇਹੋ ਜੀ ਕਿਹੜੀ ਕਾਰਵਾਈ ਆ ਜਿਹੜੀ 11 ਵਜੇ ਤੋਂ ਹੁਣ ਤੱਕ ਚੱਲਦੀ ਆ ਰਹੀ ਆ? ਕਿੰਨਾ ਟਾਈਮ ਹੋ ਗਿਆ ਖੜਿਆਂ ਨੂੰ? 2 ਘੰਟੇ ਹੋ ਗਏ ਪੂਰੇ। ਇੱਥੇ ਛੋਟੇ ਬੱਚੇ ਨੇ ਸਾਡੇ, ਅਸੀਂ ਆਪਣੇ ਘਰਾਂ ਨੂੰ ਜਾਣਾ ਹੈਗਾ, ਲੁਧਿਆਣੇ ਤੇ ਆਏ ਨਹੀਂ ਅਸੀਂ। ਹੁਣ ਨਿੱਕੇ ਬੱਚਾ ਉੱਪਰੋਂ ਲੁਧਿਆਣੇ ਜਾਣਾ ਵੀਰੇ, ਬਹੁਤ ਮਿਹਰਬਾਨੀ ਤੁਹਾਡੀ ਜੇ ਖਿਲਾ ਦੋਗੇ। ਤੁਸੀਂ ਨਾ ਕਿਸਾਨ ਖੜੇ ਆ, ਦੇਖੋ ਮੈਂ ਤਾਂ ਇਸ ਦੇ ਪੱਤਰਕਾਰ ਕਹਿ ਸਕਦਾ, ਕਿਸਾਨਾਂ ਨਾਲ ਗੱਲ ਕਰ ਲਓ। ਜਿਹੜੇ ਕਿਸਾਨਾਂ ਨੇ ਰੋਡ ਬੰਦ ਕੀਤੀ ਆ ਉਹਨਾਂ ਨਾਲ ਗੱਲ ਤੁਸੀਂ ਕਰ ਸਕਦੇ ਹੋ। ਲੰਘਾ ਦਿਓ, ਲੇਡੀਜ਼ ਲੰਘ ਜਾਂਦੀਆਂ, ਜੈਂਟਸ ਭਾਵੇਂ ਤੁਸੀਂ ਉਤਾਰ ਦਿਓ, ਲੇਡੀਜ਼ ਲੰਘਾ ਦਿਓ। ਹਾਂ ਹਾਂਜੀ ਭਾਜੀ ਵੇਖੋ, ਠੀਕ ਆ, ਤੁਹਾਡਾ ਠੀਕ ਆ, ਤੁਹਾਡਾ ਜਿਹੜਾ ਮਸਲਾ ਓਕੇ, ਠੀਕ ਆ, ਕਾਰਵਾਈ ਕਾਨੂੰਨੀ ਬਣਦੀ ਆ। ਪਰ ਜਿਹੜੇ ਛੋਟੇ ਬੱਚੇ ਆ, ਅਸੀਂ ਸਾਡੇ ਪਰਿਵਾਰਾਂ ਚੋਂ ਹੀ ਆ। ਅਸੀਂ ਤਾਂ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਸਾਡੇ ਪਰਿਵਾਰਾਂ ਚੋਂ ਹੀ ਆ। ਇਹ ਕਿਹੜਾ ਕੋਈ ਉੱਪਰੇ ਆ, ਸਾਡਾ ਕਿਹੜਾ ਇਹਨਾਂ ਨਾਲ ਕੋਈ ਦੁਸ਼ਮਣੀ ਆ ਜੀ। ਅਸੀਂ ਤਾਂ ਚਾਹੁੰਦੇ ਆ, ਪਰ ਅਸੀਂ ਜੇ ਇਹਨਾਂ ਨੂੰ ਨਗਾਉਣੇ ਆ ਬਾਈ ਦੂਜੀ, ਫਿਰ ਸਾਡਾ ਧਰਨਾ ਖਤਮ ਹੁੰਦਾ ਜੀ। ਫਿਰ ਆਮ ਪਬਲਿਕ ਕੋਈ ਨਹੀਂ, ਸਾਨੂੰ ਸਮਾਂ ਦਿਓ, ਅਸੀਂ ਦੇਖਦੇ ਆ ਸਾਰੇ ਜਣਿਆਂ ਨੂੰ। ਸਿਰਫ ਇੱਕ ਬੱਸ ਲਗਾ ਦਿਓ, ਸਿਰਫ ਇੱਕ ਬੱਸ, ਬੱਚੇ ਛੋਟੇ ਰੋ ਰਹੇ ਆ। ਚਲ ਕੋਈ ਨਹੀਂ, ਫਿਰ ਨਗਵਾ ਦਿੰਦੇ ਆ ਜੀ। ਨਗਾ ਰਹੇ ਆ, ਬੱਸ ਨਗਾਉਣਗੇ, ਜ਼ਰੂਰ ਨਗਾਉਣਗੇ। ਤੁਸੀਂ ਨਗਾਉਣਗੇ ਮਾਤਾ, ਨਗਾ ਦੇਣਗੇ। ਉਹ ਕਹਿੰਦੇ ਬੱਸ ਨਗਾ ਦਿੰਦੇ। 5 ਮਿੰਟ ਬੈਠ ਜਾ, ਕੋਈ ਨਹੀਂ, ਤੁਹਾਨੂੰ 5 ਮਿੰਟ ਬੱਸ ਜਿਹੜੇ ਕਿਸਾਨ ਨੇ ਉਹ ਕਹਿੰਦੇ ਆ ਜਿਨ੍ਹਾਂ ਦੀ ਕਣਕ ਸੜੀ ਆ, ਉਹਨਾਂ ਨੂੰ ਕਿਹਾ ਗਿਆ, ਲੋਕਾਂ ਵੱਲੋਂ, ਜਿਹੜੇ ਆਮ ਲੋਕ ਨੇ ਇੱਥੇ ਜਿਹੜੇ ਖੱਜਲ ਹੋ ਰਹੇ ਨੇ, ਜਿਹੜੀ ਬੱਸ ਇਸ ਜਾਮ ਦੇ ਵਿੱਚ ਫਸੀ, ਉਹਨਾਂ ਦਾ ਕਹਿਣਾ ਹੈ ਕਿ ਰੋਡ ਨੂੰ ਖਲਵਾ ਦਿੱਤਾ ਜਾਵੇ। ਹਾਲਾਂਕਿ ਰੋਡ ਨੂੰ ਖਲਵਾਉਣ ਦੀ ਜਿਹੜੀ ਗੱਲ ਆ, ਕੀ ਲੱਗਦਾ ਰੋਡ ਬੱਸਾਂ ਨਗਾਈਆਂ ਜਾਣਗੀਆਂ, ਬੱਸਾਂ ਜਿਹਦੇ ਚ ਲੋਕ ਸਿਰਫ ਇਹ ਵੀ ਤਾਂ ਇੱਕ ਬੱਚੇ ਆ, ਬੱਚੇ ਇਸ ਕਰਕੇ ਨਗਾ ਰਿਹਾ। ਹੋਰ ਅਸੀਂ ਕੋਈ, ਜਿੰਨਾ ਚਿਰ ਸਾਨੂੰ ਕੋਈ ਵੀ ਪੂਰਾ ਸਬੂਤ ਦੇ ਤੌਰ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਨਹੀਂ। ਪਰ ਹੁਣ ਸਾਨੂੰ ਉਮੀਦ ਹੈ ਵੀ DSP ਸਾਹਿਬ ਵੀ 40 ਮਿੰਟ ਦੇ ਆ ਚੁੱਕੇ, ਬਾਜਵਾ ਸਾਹਿਬ
ਵੀ ਤੁਸੀਂ ਉਹਨਾਂ ਨਾਲ ਕਰ ਲਓ, ਬਾਤ ਤੁਸੀਂ ਕਰੋ ਵੀ ਹੋ ਸਕਦਾ ਸਾਡਾ ਮਸਲਾ ਉਹਨਾਂ ਨੂੰ ਲਿਆ ਕੇ ਕਸਟਡੀ ਦੇ ਵਿੱਚ ਸਾਧਨ ਤੇ ਸਾਡਾ ਕੋਈ FRI ਦਿੱਤੀ ਜਾਵੇ। ਤੁਸੀਂ ਡੀਐਸਪੀ ਸਾਹਿਬ ਨਾਲ ਗੱਲ ਕਰੋ, ਬਾਜਵਾ ਸਾਹਿਬ ਆ ਗਏ, 40 ਮਿੰਟ ਹੋ ਗਏ ਆ ਵੀ ਅਸੀਂ ਵੀ ਸਾਰੇ ਕੰਮ ਵਾਲੇ ਹੀ ਆ ਜੀ, ਸਾਡਾ ਕੋਈ ਸ਼ੌਂਕ ਤਾਂ ਨਹੀਂ ਧਰਨੇ ਲਾਉਣ ਦਾ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪ੍ਰਸ਼ਾਸਨ ਆ ਉਹ ਸਾਹਮਣੇ ਤਸਵੀਰ ਦੇਖੋ ਕਿ ਪੁਲਿਸ ਖੜੀ ਹੋਈ ਆ। ਪੁਲਿਸ ਥਾਣੇ ਦੇ ਬਾਹਰ ਖੜ ਕੇ ਇਸ ਧਰਨੇ ਨੂੰ ਦੇਖ ਰਹੀ ਆ, ਪਰ ਧਰਨੇ ਨੂੰ ਚੁਕਾਉਣ ਦੀ ਗੱਲ ਨਹੀਂ ਕੀਤੀ ਜਾ ਰਹੀ। ਆਮ ਲੋਕ ਖੱਜਲ ਹੋ ਰਹੇ ਨੇ, ਆਮ ਲੋਕਾਂ ਨੂੰ ਪਰੇਸ਼ਾਨੀ ਕੀਤੀ ਜਾ ਰਹੀ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਪਾਸੇ ਦੀਆਂ ਤਸਵੀਰਾਂ ਵੀ ਲਈਆਂ ਜਾਣ ਕਿ ਆਖਰਕਾਰ ਪੁਲਿਸ ਦਾ ਹੱਕ ਬਣਦਾ ਏ। ਤੁਸੀਂ ਕੈਮਰੇ 'ਚ ਦੇਖੋ, ਹਾਲਾਂਕਿ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਧਰ ਜਾਣ ਦੀ, ਪਰ ਤੁਸੀਂ ਵੇਖੋ ਕਿ ਗੱਲ ਕਰਨ ਤੋਂ ਪਹਿਲਾਂ, ਹਾਲਾਂਕਿ ਪੁਲਿਸ ਨੂੰ ਗੱਲ ਕਰਨੀ ਚਾਹੀਦੀ ਆ, ਪਰ ਜਿਹੜੇ ਪੁਲਿਸ ਵਾਲੇ ਆ ਉਹ ਗੱਲ ਨਹੀਂ, ਅਸੀਂ ਤਾਂ ਨਹੀਂ ਕਹਿ ਸਕਦੇ। ਹਾਲਾਂਕਿ ਲਾਈਨ ਤੇ SHO ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਸਾਡੀਆਂ ਵੀ ਕੁਝ ਕੰਡੀਸ਼ਨਾਂ ਨੇ, ਕਿਉਂਕਿ ਜਿਹੜੀ ਲਾਈਵ ਅਸੀਂ ਗੱਲ ਕਰ ਰਹੇ ਹਾਂ, ਜਿਹੜਾ ਲਾਈਵ ਅਸੀਂ ਚਲਾ ਰਹੇ ਹਾਂ, ਕਿਤੇ ਨਾ ਕਿਤੇ ਕੁਝ ਸਿਕਿਉਰਿਟੀ ਪਰਪਸ ਹੁੰਦੇ ਆ ਥਾਣੇ ਦੇ ਅੰਦਰ, ਕੁਝ ਇਹੋ ਜਿਹੀਆਂ ਸਿਕਿਉਰਿਟੀ ਵਾਲੀਆਂ ਗੱਲਾਂ ਹੁੰਦੀਆਂ ਜਿਸ ਨੂੰ ਲਾਈਵ ਦੇ ਵਿੱਚ ਨਹੀਂ ਲਿਆ ਜਾ ਸਕਦਾ। ਪਰ ਅਸੀਂ ਥਾਣੇ ਦੇ ਗੇਟ ਤੇ ਖੜੇ ਆ, ਹੋ ਸਕਦਾ ਹੈ ਪੁਲਿਸ ਵਾਲੇ ਵੀ ਲਾਈਵ ਸੁਣ ਰਹੇ ਹੋਣ। ਹਾਲਾਂਕਿ ਕੋਈ ਇੱਥੇ ਇਹਨਾਂ ਦਾ ਕਰਮਚਾਰੀ ਇੱਥੇ ਖੜਾ ਸੀ, ਕੋਸ਼ਿਸ਼ ਕੀਤੀ ਜਦੋਂ ਤੱਕ ਅਸੀਂ ਉਹਨਾਂ ਤੱਕ ਪਹੁੰਚਣ ਦੀ, ਪਰ ਉਦੋਂ ਉਹ ਕਰਮਚਾਰੀ ਜਿਹੜਾ ਉਹ ਅੰਦਰ ਨੂੰ ਚਲਾ ਗਿਆ, ਤੁਸੀਂ ਤਸਵੀਰ ਦੇ ਵਿੱਚ ਦੇਖਿਆ। ਪਰ ਅਗਰ ਉਹ ਲਾਈਵ ਸਾਡਾ ਸੁਣ ਰਹੇ ਆ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਥਾਣੇ ਦੇ ਬਾਹਰ ਆ ਕੇ ਇਸ ਪਰਿਵਾਰ ਦਾ ਮਸਲਾ ਹੱਲ ਕੀਤਾ ਜਾਵੇ, ਰੋਡ ਨੂੰ ਖੁਲਵਾਇਆ ਜਾਵੇ, ਆਮ ਲੋਕ ਜਿਹੜੇ ਖੱਜਲ ਹੋ ਰਿਹਾ ਉਹਨਾਂ ਦੀ ਜਿਹੜੀ ਮੁਸੀਬਤ ਆ ਉਹ ਸੁਣੀ ਜਾਵੇ। ਸਿਕਿਉਰਿਟੀ ਪਰਪਸ ਦੇ ਲਈ ਜਿਹੜੀ ਲਾਈਵ ਕਵਰੇਜ ਆ ਉਹ ਥਾਣੇ ਦੇ ਅੰਦਰ ਦੀ ਨਹੀਂ ਕੀਤੀ ਜਾ ਸਕਦੀ, ਅਸੀਂ ਨਹੀਂ ਕਰ ਸਕਦੇ। ਪਰ ਕਿਤੇ ਨਾ ਕਿਤੇ ਪੁਲਿਸ ਨੂੰ ਚਾਹੀਦਾ ਹੈ ਕਿ ਇੱਥੇ ਆ ਕੇ ਗੱਲ ਸੁਣੀ ਜਾਵੇ ਆਮ ਲੋਕਾਂ ਦੀ। ਆਮ ਲੋਕ ਖੱਜਲ ਹੋ ਰਹੇ ਨੇ, ਹਾਲਾਂਕਿ ਉਹ ਸਾਹਮਣੇ ਬੱਸ ਜਿਹੜੇ ਬੱਚੇ ਖੱਜਲ ਖਵਾਰ ਹੋ ਰਹੇ ਸੀ, ਜਿਹੜੇ ਛੋਟੇ ਛੋਟੇ ਬੱਚੇ ਰੋ ਰਹੇ ਸੀ, ਪਰ ਉਹਨਾਂ ਨੂੰ ਬੱਸ ਨੂੰ ਜਿਹੜੀ ਰਿਕੁਐਸਟ ਕੀਤੀ ਗਈ ਹੈ, ਹੱਥ ਜੋੜਨ ਤੋਂ ਬਾਅਦ ਜਿਹੜਾ ਉੱਥੇ ਬੱਸ ਨੂੰ ਲੰਘਣ ਦਾ ਮੌਕਾ ਦਿੱਤਾ ਗਿਆ ਹੈ। ਇਹਨਾਂ ਕਿਸਾਨਾਂ ਵੱਲੋਂ, ਜਿਹੜੇ ਕਿਸਾਨ ਇੱਥੇ ਬੈਠੇ ਨੇ ਉਹਨਾਂ ਵੱਲੋਂ ਇੱਕ ਬੱਸ ਨੂੰ ਲੰਘਣ ਦਾ ਮੌਕਾ ਦਿੱਤਾ ਗਿਆ, ਕਿਉਂਕਿ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਨੇ ਬਿਲਕੁਲ ਮਿੰਨਤਾਂ ਕਰਨੀਆਂ ਸਟਾਰਟ ਕਰਦੀਆਂ ਸੀ, ਹੱਥ ਜੋੜਨੇ ਸਟਾਰਟ ਕਰਦੇ ਸੀ। ਹਾਲਾਂਕਿ ਬੱਚੇ ਛੋਟੇ ਛੋਟੇ ਰੋ ਰਹੇ ਸੀਗੇ, ਪਰ ਹੁਣ ਜਿਹੜੀ ਉਹ ਇੱਕ ਬੱਸ ਲੰਘਾਈ ਜਾ ਚੁੱਕੀ ਹੈ। ਪਰ ਦੂਜੇ ਪਾਸੇ ਵੇਖੀਏ ਤਾਂ ਗੱਲ ਕਰੀਏ ਤਾਂ ਇਉਂ ਦੀ ਤਿਉਂ ਸਥਿਤੀ, ਲੰਬੀਆਂ ਲਾਈਨਾਂ ਜਿਹੜੀਆਂ ਨੇ, ਰੋਡ ਡਾਈਵਰਟ ਕਰਕੇ ਲੋਕ ਲੰਘਦੇ ਦਿਖਾਈ ਦੇ ਰਿਹਾ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਬੜੀ ਸ਼ਰਮਨਾਕ ਗੱਲ ਆ ਕਿ ਜਿਹੜਾ ਪ੍ਰਸ਼ਾਸਨ ਹੈਗਾ ਏ, ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਕਾਰਵਾਈ ਆ, ਪਿਛਲੇ 1.5 ਘੰਟੇ ਤੋਂ ਜਿਹੜੀ ਕਾਰਵਾਈ ਆ ਉਹ ਨਹੀਂ ਕੀਤੀ ਜਾ ਰਹੀ। ਲਗਾਤਾਰ ਉਸੇ ਥਾਣੇ ਦੇ ਬਾਹਰ ਇਉਂ ਦੀ ਤਿਉਂ ਲਾਈਵ ਜਿਹੜੀ ਅਪਡੇਟ ਆ, ਇਸ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਥਾਣਾ ਘੱਲ ਖੁਰਦ ਦੀਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਥਾਣਾ ਘੱਲ ਖੁਰਦ ਦੇ ਬਾਹਰ ਉਸੇ ਤਰੀਕੇ ਨਾਲ ਲਾਈਵ ਜਿਹੜੀ ਤੁਸੀਂ ਫੀਡ ਲੈ ਰਹੇ ਹੋ।
ਲਾਈਵ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਇਹ ਥਾਣਾ ਘੱਲਖੁਰ ਦੇ ਬਾਹਰ ਦੀ ਆ, ਜਿਸ ਦੇ ਬਾਅਦ ਪਿਛਲੇ 1 ਘੰਟੇ ਤੋਂ ਦੱਸਿਆ ਜਾ ਰਿਹਾ ਕਿ ਜਿਹੜਾ ਧਰਨਾ ਪ੍ਰਦਰਸ਼ਨ ਇਹ ਲੋਕ ਕਰ ਰਹੇ ਨੇ, ਇਹ ਕਿਸਾਨ ਕਰ ਰਹੇ ਨੇ। 22 ਕਿੱਲੇ ਦੇ ਆਸ-ਪਾਸ ਜਿਹੜੀ ਕਣਕ ਸੜੀ ਦੀ ਗੱਲ ਕਹੀ ਜਾ ਰਹੀ ਆ ਇਹਨਾਂ ਕਿਸਾਨਾਂ ਵੱਲੋਂ। ਕੁਝ ਨਾਂ ਵੀ ਲਏ ਗਏ ਆ, ਕੁਝ ਮਸ਼ੀਨ ਵਾਲਿਆਂ ਦੇ ਵੀ ਨਾਂ ਲਏ ਗਏ, ਜਿਨ੍ਹਾਂ ਵੱਲੋਂ ਇਹ ਕਣਕ ਨੂੰ ਅੱਗ ਲੱਗੀ ਆ ਜਿਨ੍ਹਾਂ ਦੀ ਮਸ਼ੀਨ ਤੋਂ। ਹਾਲਾਂਕਿ ਅਸੀਂ ਤਾਂ ਪੁਸ਼ਟੀ ਨਹੀਂ ਕਰਦੇ, ਪਰ ਇਹਨਾਂ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਆ ਕਿ ਹਾਲਾਂਕਿ ਵਾਜ਼ੇ ਪੰਜਾਬ ਤਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਅੱਗ ਕਿਵੇਂ ਲੱਗੀ ਆ, ਕੀ ਕਾਰਨ ਰਹੇ ਹੋਣਗੇ, ਪਰ ਇਹਨਾਂ ਲੋਕਾਂ ਦੇ ਦੱਸਣ ਮੁਤਾਬਕ, ਇਹਨਾਂ ਕਿਸਾਨਾਂ ਦੇ ਦੱਸਣ ਮੁਤਾਬਕ ਕਿਸੇ ਮਸ਼ੀਨ ਦੇ ਰਾਹੀਂ ਜਿਹੜੀ ਆ ਉਹ ਅੱਗ ਲੱਗੀ ਹੈਗੀ ਆ। ਪਰ ਗੱਲ ਕਰੀਏ ਜਦੋਂ ਅਸੀਂ ਥਾਣੇ ਵੱਲ ਨੂੰ ਆਉਣੇ ਆ ਤਾਂ ਮੁਲਾਜ਼ਮ ਅਗਰ ਥੋੜਾ ਜਿਹਾ ਬਾਹਰ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਤੋਂ ਬਾਅਦ ਕੈਮਰਾ ਦੇਖ ਕੇ ਮੁਲਾਜ਼ਮ ਉਸੇ ਟਾਈਮ ਅੰਦਰ ਚਲੇ ਜਾਂਦੇ। ਹਾਲਾਂਕਿ ਇਹ ਵੀ ਸੂਚਨਾ ਮਿਲੀ ਆ ਕਿ ਡੀਐਸਪੀ ਵੀ ਅੰਦਰ ਮੌਜੂਦ ਨੇ, ਕੁਝ ਕਾਉਂਸਲਿੰਗ ਚੱਲ ਰਹੀ ਆ, ਕੁਝ ਮੀਟਿੰਗ ਚੱਲ ਰਹੀ ਹੈਗੀ ਆ ਇਸ ਮੁੱਦੇ ਦੇ ਉੱਪਰ ਵੀ ਆਖਰਕਾਰ ਕੀ ਰਿਜ਼ਲਟ ਆਏਗਾ। ਪਰ ਹਜੇ ਤੱਕ ਕੋਈ ਵੀ ਜਿਹੜਾ ਰਿਜ਼ਲਟ ਆ ਉਹ ਨਹੀਂ ਆਇਆ। ਉਵੇਂ ਦੀ ਤਿਉਂ ਜਿਹੜੀ ਸਥਿਤੀ ਆ ਉਸੇ ਤਰੀਕੇ ਨਾਲ ਬਣੀ ਦਿਖਾਈ ਦੇ ਰਹੀ ਆ। ਰੋਡ ਤੇ ਉਵੇਂ ਹੀ ਲਾਈਨਾਂ ਲੱਗੀਆਂ ਹੋਈਆਂ ਨੇ, ਬੱਸਾਂ 'ਚ ਖੱਜਲ ਹੋ ਰਹੇ, ਖਵਾਰ ਹੋ ਰਹੇ ਜਿਹੜੇ ਲੋਕ ਨੇ ਉਹ ਆਪਣੀ ਜਿਹੜੀ ਕਹਾਣੀ ਹੱਥ ਜੋੜ ਕੇ ਦੱਸ ਰਹੇ ਨੇ ਕਿ ਅਸੀਂ ਜਿਹੜਾ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ, ਤਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਤਸਵੀਰਾਂ ਜਿਹੜੀਆਂ ਨੇ ਸੋਚਣ ਤੇ ਮਜਬੂਰ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਅਗਰ ਇੱਕ ਘੰਟਾ ਇਸੇ ਤਰੀਕੇ ਨਾਲ ਰੋਡਾਂ ਬੰਦ ਰਹਿਣਗੀਆਂ, ਜਾਮ ਰਹਿਣਗੀਆਂ ਤਾਂ ਕਿਸ ਤਰੀਕੇ ਨਾਲ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇਨਸਾਫ ਮਿਲੇਗਾ। ਹਾਲਾਂਕਿ ਇਹਦੇ ਵਿੱਚ ਪੁਸ਼ਟੀ ਤਾਂ ਹਜੇ ਤੱਕ ਨਹੀਂ ਹੋਈ ਕਿ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ, ਪਰ ਹਾਲਾਂਕਿ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਗਈ ਆ ਪੁਲਿਸ ਵੱਲੋਂ, ਪਰ ਸਵਾਲ ਉੱਠਦਾ ਹੈ ਕਿ ਜਿਹੜੇ ਆਮ ਲੋਕ ਖੱਜਲ ਖਵਾਰ ਹੋ ਰਹੇ ਨੇ, ਆਮ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੋ ਰਹੀ ਆ ਉਸ ਦਾ ਕੌਣ ਜ਼ਿੰਮੇਵਾਰ ਹੈ, ਉਸ ਦਾ ਕੌਣ ਜਵਾਬ ਦੇਗਾ। ਕਿਉਂ ਆਮ ਲੋਕਾਂ ਦੇ ਲਈ ਜਿਹੜੀ ਸਹੂਲਤ ਅਗਰ ਉਸ ਨੂੰ ਜਾਮ ਕੀਤਾ ਗਿਆ, ਉਸ ਨੂੰ ਬੰਦ ਕੀਤਾ ਗਿਆ ਹੈ ਇੱਥੇ ਕਿਸਾਨਾਂ ਵੱਲੋਂ, ਤਾਂ ਪਰ ਕਿਤੇ ਨਾ ਕਿਤੇ ਰੋਡ ਨੂੰ ਖਲਵਾਉਣਾ ਦਾ ਪਹਿਲਾ ਅਗਰ ਕੋਈ ਕਾਉਂਸਲਿੰਗ ਕਰਨੀ ਆ, ਅਗਰ ਕੋਈ ਮੀਟਿੰਗ ਕਰਨੀ ਆ ਤਾਂ ਉਹ ਮੀਟਿੰਗ ਇਸ ਰੋਡ ਨੂੰ ਖਲਵਾਏ ਤੋਂ ਬਾਅਦ ਵੀ ਕੀਤੀ ਜਾ ਸਕਦੀ ਆ। ਕਿਉਂ ਨਹੀਂ ਇਸ ਰੋਡ ਨੂੰ ਖਲਵਾਇਆ ਗਿਆ? ਆਖਿਰਕਾਰ ਕਿਉਂ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚੀ? ਆਖਿਰਕਾਰ ਕਿਉਂ ਪ੍ਰਸ਼ਾਸਨ ਤੱਕ ਇਹ ਫੁਟੇਜ, ਇਹ ਤਸਵੀਰਾਂ, ਇਹ ਧਰਨੇ ਦੀ ਗੱਲ ਨਹੀਂ ਪਹੁੰਚੀ ਕਿ ਇਸ ਰੋਡ ਨੂੰ ਵੀ ਖਲਵਾਉਣਾ ਜ਼ਰੂਰੀ ਆ? ਲੋਕ ਕਿਤੇ ਨਾ ਕਿਤੇ ਇੱਥੋਂ ਯੂ ਟਰਨ ਲੈ ਕੇ ਦੂਜੇ ਰਾਸਤੇ ਜਿਹੜਾ ਜਾਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਿਹਾ। ਲਗਾਤਾਰ ਤਸਵੀਰਾਂ ਦੇ ਨਾਲ ਤੁਸੀਂ ਬਣੇ ਹੋ ਵਾਜ਼ੇ ਪੰਜਾਬ ਤੇ। ਹਾਲਾਂਕਿ ਲਾਈਵ ਜਿਹੜਾ ਹੈਗਾ ਕਾਫੀ ਲੰਬਾ ਹੋ ਚੁੱਕਿਆ, ਪਰ ਕਿਤੇ ਨਾ ਕਿਤੇ ਜਿਹੜੀ ਸਥਿਤੀ ਆ ਇਹ ਦਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਪਿਛਲੇ 1 ਘੰਟੇ ਤੋਂ, ਹਾਲਾਂਕਿ ਅਸੀਂ ਜਦੋਂ ਆਏ ਆ ਸਾਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਇਹਨਾਂ ਦਾ ਜਿਹੜਾ ਕੋਈ ਗੱਲਬਾਤ ਚੱਲ ਰਹੀ ਆ, ਕੁਝ ਸਮੇਂ ਤੱਕ ਜਿਹੜਾ ਹੱਲ ਇਸ ਦਾ ਨਿਕਲ ਜਾਏਗਾ। ਹਾਲਾਂਕਿ ਕੁਝ ਸਮੇਂ ਬਾਅਦ ਹੀ ਜਿਹੜਾ ਲਾਈਵ ਕਵਰੇਜ ਅਸੀਂ ਸ਼ੁਰੂ ਕੀਤੀ ਸੀ, ਕਿਉਂਕਿ ਸਾਨੂੰ ਵੀ ਲੱਗਦਾ ਸੀ ਕਿ ਇਸ ਦਾ ਜਿਹੜਾ ਹੱਲ ਆ ਉਹ ਕਿਤੇ ਨਾ ਕਿਤੇ ਹੋ ਜਾਏਗਾ, ਪਰ ਕਾਫੀ ਸਮਾਂ ਡੀਕਨ ਤੋਂ ਬਾਅਦ ਇਹਨਾਂ ਕਿਸਾਨਾਂ ਵੱਲੋਂ ਵੀ, ਸਾਡੇ ਵੱਲੋਂ ਵੀ, ਪਰ ਉਸ ਤੋਂ ਬਾਅਦ ਕੋਈ ਵੀ ਜਿਹੜਾ ਹੱਲ ਆ ਉਹ ਹਜੇ ਤੱਕ ਨਹੀਂ ਨਿਕਲਿਆ ਹੈਗਾ। ਰੋਡ ਨੂੰ ਖਾਲੀ ਨਹੀਂ ਕਰਵਾਇਆ ਗਿਆ। ਆਮ ਲੋਕ ਉਸੇ ਤਰੀਕੇ ਨਾਲ ਖੱਜਲ ਖਵਾਰ ਹੁੰਦੇ ਦਿਖਾਈ ਦੇ ਰਿਹਾ। ਆਖਿਰਕਾਰ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ? ਫਿਰੋਜ਼ਪੁਰ ਦੇ ਐਸਐਸਪੀ ਨੂੰ ਵੀ ਜਿਹੜੀ ਬੇਨਤੀ ਲਾਈ ਗਈ ਆ ਇਹਨਾਂ ਲੋਕਾਂ ਵੱਲੋਂ ਕਿ ਜਿਹੜੀ ਪੁਕਾਰ ਆ ਇਹਨਾਂ ਦੀ ਸੁਣੀ ਜਾਵੇ, ਇਹਨਾਂ ਦੀ ਜਿਹੜੀ ਗੱਲ ਆ ਉਹ ਸੁਣੀ ਜਾਵੇ। ਹਾਲਾਂਕਿ ਇੱਥੇ ਕੁਝ ਕੁ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਮੌਜੂਦ ਸੀਗੇ, ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਆ ਕਿ ਆਖਰਕਾਰ ਇਸ ਦਾ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ, ਤਾਂ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਆ ਕਿ ਜਲਦੀ ਹੀ ਜਿਹੜਾ ਇਸ ਦਾ ਮਸਲਾ ਹੱਲ ਆ ਉਹ ਕਰਵਾਇਆ ਜਾਏਗਾ। ਜਿਹੜੀ ਗੱਲਬਾਤ ਹੈਗੀ ਆ ਉਹ ਚੱਲ ਰਹੀ ਹੈਗੀ ਆ ਕਿ ਇਸ ਦਾ ਮਸਲਾ ਹੱਲ ਜਿਹੜਾ ਅਸੀਂ ਕਰਵਾਵਾਂਗੇ, ਜਲਦੀ ਦੇ ਵਿੱਚ ਕਰਵਾਵਾਂਗੇ। ਹਾਲਾਂਕਿ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਐਮਐਲਏ ਰਜਨੀਸ਼ ਦਈਆ ਜਲੰਧਰ ਨੇ, ਹਾਲਾਂਕਿ ਉਹਨਾਂ ਨੂੰ ਟਾਈਮ ਲੱਗੇਗਾ, ਉਹ ਇਸ
ਮੁੱਦੇ ਤੇ ਜ਼ਰੂਰ ਆਉਣਗੇ, ਇਸ ਜਗ੍ਹਾ ਤੇ ਜ਼ਰੂਰ ਪਹੁੰਚਣਗੇ ਔਰ ਇਹਨਾਂ ਲੋਕਾਂ ਦੀ ਜਿਹੜੇ ਕਿਸਾਨ ਨੇ ਇਹਨਾਂ ਦੀ ਜਿਹੜੀ ਸਾਰ ਆ ਉਹਨਾਂ ਵੱਲੋਂ ਜ਼ਰੂਰ ਲਈ ਜਾਏਗੀ। ਇਹ ਜਿਹੜਾ ਵਿਸ਼ਵਾਸ ਆ ਉਹਨਾਂ ਦੇ ਜਿਹੜੇ ਵਰਕਰ ਸੀਗੇ ਉਹਨਾਂ ਵੱਲੋਂ ਇੱਥੇ ਦਵਾਇਆ ਗਿਆ ਇਹਨਾਂ ਨੂੰ। ਹਾਲਾਂਕਿ ਸਾਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਰਜਨੀਸ਼ ਦਈਆ MLA ਇੱਥੇ ਪਹੁੰਚਣਗੇ, ਇਹਨਾਂ ਲੋਕਾਂ ਦੀ ਗੱਲ ਸੁਣਨਗੇ। ਹਾਲਾਂਕਿ ਉਹਨਾਂ ਵੱਲੋਂ ਜਲੰਧਰ ਦੀ ਗੱਲ ਕਹੀ ਗਈ ਆ ਕਿ ਜਲੰਧਰ ਉਹ ਗਏ ਹੋਏ ਨੇ, ਜਲੰਧਰ ਤੋਂ ਜਦੋਂ ਆਉਣਗੇ ਤਾਂ ਉਹ ਜਲਦੀ ਪਹੁੰਚਣਗੇ ਤਾਂ ਉਸ ਤੋਂ ਬਾਅਦ ਗੱਲਬਾਤ ਇਹਨਾਂ ਨਾਲ ਕਰਨਗੇ। ਪਰ ਸਵਾਲ ਉੱਠਦਾ ਹੈ ਕਿ ਜਿਹੜੀ ਰੋਡ ਆ ਇਸ ਰੋਡ ਨੂੰ ਖਾਲੀ ਕਿਉਂ ਨਹੀਂ ਕਰਵਾਇਆ ਗਿਆ? ਆਖਰਕਾਰ ਰੋਡ ਦਾ ਜਿਹੜਾ ਮਸਲਾ ਹੈ ਬਾਰ-ਬਾਰ ਜਿਹੜਾ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ। ਲਗਾਤਾਰ ਮੋਗਾ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਨੇ, ਥਾਣਾ ਘੱਲ ਖੁਰਦ ਦੇ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਦਿਖਾਈਆਂ ਨੇ, ਜਿਹੜੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਥਾਣੇ ਦੇ ਬਾਹਰ ਹੀ ਪਿਛਲੇ 1 ਘੰਟੇ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ 1 ਘੰਟੇ ਤੋਂ ਰੋਡ ਨੂੰ ਬੰਦ ਕੀਤਾ ਹੋਇਆ ਕਿਸਾਨਾਂ ਵੱਲੋਂ। ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ SHO ਨਾਲ, ਪਰ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ। ਸੰਤੁਸ਼ਟੀਜਨਕ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ। ਹਾਲਾਂਕਿ ਮੀਡੀਆ ਨੂੰ ਇਹ ਗੱਲ ਕਹੀ ਗਈ ਆ SHO ਵੱਲੋਂ ਕਿ ਤੁਸੀਂ ਇਸ ਰੋਡ ਨੂੰ ਖਲਵਾਓ, ਤੁਸੀਂ ਮੀਡੀਆ ਵਾਲਿਓ ਤੁਸੀਂ ਇਸ ਰੋਡ ਨੂੰ ਖਲਵਾਉਣ ਦੀ ਕੋਸ਼ਿਸ਼ ਕਰੋ। ਹਾਲਾਂਕਿ ਅਸੀਂ ਤਾਂ ਜਿਹੜੀ ਆਵਾਜ਼ ਆ ਉਹ ਪ੍ਰਸ਼ਾਸਨ ਤੱਕ ਪਹੁੰਚਾ ਸਕਦੇ ਹਾਂ, ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਹਾਲਾਂਕਿ ਸਾਡੇ ਵੱਲੋਂ ਵੀ ਫਿਰ ਵੀ ਸਾਡੇ ਵੱਲੋਂ ਪਰਸਨਲ ਇਹਨਾਂ ਲੋਕਾਂ ਨੂੰ ਇਹ ਗੱਲ ਕਹੀ ਗਈ ਆ ਕਿਸਾਨਾਂ ਨੂੰ ਕਿ ਆਮ ਲੋਕਾਂ ਨੂੰ ਖੱਜਲ ਨਾ ਕਰੋ, ਤੁਹਾਡਾ ਕੋਈ ਨਾ ਕੋਈ ਮਸਲਾ ਹੱਲ ਜਿਹੜਾ ਉਹ ਹੋਏਗਾ। ਪਰ ਕਿਤੇ ਨਾ ਕਿਤੇ ਅਸੀਂ ਵੀ ਇਹਨਾਂ ਨੂੰ ਬੇਨਤੀ ਹੀ ਕਰ ਸਕਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜਾ ਫਰਜ਼ ਬਣਦਾ ਹੈ ਪੁਲਿਸ ਦਾ, ਉਹ ਪੁਲਿਸ ਦਾ ਹੀ ਫਰਜ਼ ਬਣਦਾ ਇਸ ਰੋਡ ਨੂੰ ਖਲਵਾਉਣਾ। ਪਰ ਪੁਲਿਸ ਵੱਲੋਂ ਇਸ ਰੋਡ ਨੂੰ ਨਹੀਂ ਖਲਵਾਇਆ ਗਿਆ, ਨਹੀਂ ਖੋਲ੍ਹਿਆ ਗਿਆ ਪਿਛਲੇ 1 ਘੰਟੇ ਤੋਂ। ਹਾਲਾਂਕਿ ਰੋਡ ਨੂੰ ਇਹਨਾਂ ਕਿਸਾਨਾਂ ਨੂੰ ਰੋਡ ਤੋਂ ਉਠਾ ਕੇ ਸਾਈਡ ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ, ਇਹਨਾਂ ਦਾ ਮਸਲਾ ਸੁਣਿਆ ਜਾ ਸਕਦਾ ਸੀ। ਅਗਰ ਕੋਈ ਕਾਉਂਸਲਿੰਗ ਕਰਨੀ ਸੀ ਤਾਂ ਸਾਈਡ ਤੇ ਕੀਤੀ ਜਾ ਸਕਦੀ ਸੀ। ਹਾਲਾਂਕਿ ਇਸ ਰੋਡ ਨੂੰ ਖਲਵਾਉਣ ਦੀ ਜਿਹੜੀ ਗੱਲ ਆ ਉਹ ਹਜੇ ਤੱਕ ਨਹੀਂ ਕੀਤੀ ਗਈ। ਇੱਕ ਵਾਰ SHO ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਆਏ ਨੇ, ਲੇਕਿਨ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਪਰਿਵਾਰ ਕਹਿ ਰਹੇ ਨੇ, ਜੋ ਇੱਥੇ ਕਿਸਾਨ ਪਰਿਵਾਰ ਨੇ। ਲਗਾਤਾਰ ਜਿਹੜੇ ਲਾਈਵ ਲੋਕ ਸਾਡੇ ਨਾਲ ਜੁੜੇ ਨੇ, ਜੋ ਲੋਕ ਇਸ ਲਾਈਵ ਨੂੰ ਦੇਖ ਰਹੇ ਨੇ, ਤਾਂ ਇਸ ਲਾਈਵ ਨੂੰ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੁਲਿਸ ਨੇ ਜਿਹੜੀ 1 ਘੰਟੇ ਤੋਂ ਇੱਕ ਪਾਸੇ ਰੋਡ ਬੰਦ ਆ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਅੰਦਰ ਕਮਰੇ ਦੇ ਵਿੱਚ ਬੰਦ ਕੋਈ ਕਾਉਂਸਲਿੰਗ ਕਰ ਰਿਹਾ ਤੇ ਦੂਜੇ ਪਾਸੇ ਆਮ ਲੋਕ ਖੱਜਲ ਖਵਾਰ ਹੋ ਰਹੇ ਆ। ਘੱਲ ਖੁਰਦ ਥਾਣਾ ਫਿਰੋਜ਼ਪੁਰ ਦੀਆਂ ਤਸਵੀਰਾਂ ਨੇ, ਲੋਕ ਖੱਜਲ ਹੋ ਰਿਹਾ। ਪਿਛਲੇ 1 ਘੰਟੇ ਤੋਂ ਅੰਦਰ ਕਾਉਂਸਲਿੰਗ ਚੱਲ ਰਹੀ ਆ ਇਹਨਾਂ ਕਿਸਾਨਾਂ ਦੇ ਮੁੱਦੇ ਤੇ। ਇੰਜ ਨਹੀਂ ਹੋ ਸਕਦਾ ਸੀ ਕਿ ਕਿਸਾਨਾਂ ਨੂੰ ਸਮਝਾ ਕੇ ਇੱਕ ਸਾਈਡ ਤੇ ਵਿਸ਼ਵਾਸ ਦਿਵਾਇਆ ਜਾਂਦਾ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਾਂ ਅਸੀਂ ਕਾਉਂਸਲਿੰਗ ਕਰ ਰਹੇ ਹਾਂ, ਉਨੀ ਦੇਰ ਤੱਕ ਆਮ ਪਬਲਿਕ ਨੂੰ ਇਸ ਰੋਡ ਤੋਂ ਲੰਘਾ ਦਿੱਤਾ ਜਾਂਦਾ। ਆਮ ਪਬਲਿਕ ਦਾ ਕੀ ਕਸੂਰ ਆ? ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ? ਆਪਣੀ ਰਾਏ ਜਰੂਰ ਦਿਓ ਕਮੈਂਟ ਕਰਕੇ। ਕਮੈਂਟ ਬਾਕਸ ਦੇ ਵਿੱਚ ਤੁਹਾਡੇ ਲਈ ਹੀ ਕਮੈਂਟ ਬਾਕਸ ਬਣਿਆ ਹੈ, ਤੁਸੀਂ ਆਪਣੇ ਵਿਚਾਰ ਆਪਣੀ ਰਾਏ ਦੇ ਸਕਦੇ ਹੋ ਕਿ ਆਖਿਰਕਾਰ ਕੀ ਹੋਣਾ ਚਾਹੀਦਾ ਹੈ, ਕੀ ਹੋਣਾ ਚਾਹੀਦਾ ਹੈ, ਇਹਨਾਂ ਦਾ ਮਸਲਾ ਹੱਲ ਕੀ ਹੋਣਾ ਚਾਹੀਦਾ ਹੈ। ਪੂਰੀ ਉਹ ਵੀਡੀਓ ਦਾ ਜਿਹੜਾ ਨਿਚੋੜ ਆ ਉਹ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਹੈਗੇ ਆ ਉਹ ਦੇ ਸਕਦੇ ਹੋ। ਇਹ ਕਿਸਾਨਾਂ ਦਾ ਜਿਹੜਾ ਪੱਖ ਸੀਗਾ ਉਹ ਤੁਸੀਂ ਸੁਣਿਆ ਹੈਗਾ, ਪੁਲਿਸ ਦਾ ਪੱਖ ਤੁਸੀਂ ਜਿਹੜਾ ਸੁਣਿਆ ਹੈਗਾ, ਪਰ ਇਸ ਦੀ ਪੁਸ਼ਟੀ ਨਹੀਂ ਹੋਈ ਕਿ ਅੱਗ ਕਿਵੇਂ ਲੱਗੀ ਆ, ਕਿੰਨਾ ਕਾਰਨਾਂ ਕਰਕੇ ਅੱਗ ਲੱਗੀ ਆ। ਉਹ ਭਾਗ ਇਨਵੈਸਟੀਗੇਸ਼ਨ ਦਾ ਹੈ।